ਸਪੈਸ਼ਲ ਗੈਸਟ ਦੇ ਅੱਜ ਦੇ ਐਪੀਸੋਡ ਵਿੱਚ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਵੈਲਕਮ। ਮੈਂ ਧਰਮਚੰਦ ਮਹੇ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰਾਂਗਾ। ਸਪੈਸ਼ਲ ਗੈਸਟ ਸ਼ੋਅ ਦੇ ਵਿੱਚ ਜਿੱਦਾਂ ਤੁਸੀਂ ਸਾਰੇ ਵਾਕਫ ਹੋ ਕਿ ਮੈਂ ਕੋਈ ਖਾਸ ਮਹਿਮਾਨ ਨੂੰ ਬੁਲਾਉਂਦਾ ਹਾਂ। ਉਹਦੇ ਵਿੱਚ ਪੋਲੀਟੀਸ਼ੀਅਨ ਵੀ ਹੁੰਦੇ ਹਨ, ਉਹਦੇ ਵਿੱਚ ਗਾਇਕ ਜਾਂ ਮਿਊਜ਼ੀਸ਼ੀਅਨ ਵੀ ਹੁੰਦੇ ਹਨ, ਸ਼ਾਇਰ ਲੋਕ ਵੀ ਹੁੰਦੇ ਹਨ ਔਰ ਸਮਾਜਿਕ ਸੇਵਕ ਉਹਨਾਂ ਨੂੰ ਵੀ ਬੁਲਾਉਂਦਾ ਹਾਂ। ਅਤੇ ਜਿਸ ਵੀ ਸ਼ਖਸ ਦਾ ਸਮਾਜ ਦੇ ਵਿੱਚ ਵੱਖਰਾ ਜਾਂ ਹੈਲਪਫੁਲ ਰੁਤਬਾ ਹੋਵੇ, ਮੈਂ ਉਹਨਾਂ ਨੂੰ ਬੁਲਾ ਕੇ ਤੁਹਾਡੇ ਰੂਬਰੂ ਕਰਦਾ ਹਾਂ। ਉਹਨਾਂ ਨਾਲ ਉਹਨਾਂ ਦੀ ਜੀਵਨ ਸ਼ੈਲੀ ਬਾਰੇ ਗੱਲਬਾਤ ਕਰੀਦੀ ਹੈ। ਉਹਨਾਂ ਤੋਂ ਇਹ ਪੁੱਛੀਦਾ ਕਿ ਜਿਹੜੇ ਮੁਕਾਮ 'ਤੇ ਉਹ ਪਹੁੰਚੇ ਉਹ ਕਿੱਦਾਂ ਪਹੁੰਚੇ, ਉਹਨਾਂ ਦੀ ਕਿੱਦਾਂ ਮਿਹਨਤ, ਤਾਂ ਕਿ ਕਿਸੇ ਹੋਰ ਨੂੰ ਵੀ ਥੋੜ੍ਹੀ ਬਹੁਤ ਜਾਣਕਾਰੀ ਮਿਲ ਸਕੇ ਔਰ ਗਾਈਡੈਂਸ ਮਿਲ ਸਕੇ ਅੱਗੇ ਵਧਣ ਵਾਸਤੇ। ਅੱਜ ਦੇ ਪ੍ਰੋਗਰਾਮ ਵਿੱਚ ਜਿਸ ਸ਼ਖਸ ਨੂੰ, ਜਿਸ ਜੈਂਟਲਮੈਨ ਨੂੰ ਮੈਂ ਬੁਲਾਇਆ, ਉਹਨਾਂ ਦਾ ਰੁਤਬਾ ਖਾਸ ਹੈ ਸਮਾਜ ਦੇ ਵਿੱਚ, ਕਿਉਂਕਿ ਹਰ ਕੰਮ, ਹਰ ਹੁਨਰ ਇਨਸਾਨ ਨੂੰ ਸਪੈਸ਼ਲ ਬਣਾਉਂਦਾ ਹੈ। ਇਸੇ ਕਰਕੇ ਸਪੈਸ਼ਲ ਗੈਸਟ ਮੈਂ ਸੱਦਿਆ ਹੈ। ਅੱਜ ਦੇ ਮਹਿਮਾਨ ਹਨ ਜਗਰੂਪ ਸਿੰਘ ਸਮਰਾ ਜੀ। ਜਗਰੂਪ ਸਿੰਘ ਸਮਰਾ ਜੀ ਇੰਡੀਆ ਤੋਂ ਵਕੀਲ ਹਨ। ਉਹਨਾਂ ਨੇ LLB ਇੰਡੀਆ ਤੋਂ ਕੀਤੀ ਹੈ ਔਰ 4-5 ਸਾਲ ਉਹਨਾਂ ਨੇ ਉੱਥੇ ਪ੍ਰੈਕਟਿਸ ਵੀ ਕੀਤੀ। ਇੱਕ ਤਾਂ ਉਹਨਾਂ ਦੀ ਇਹ ਖਾਸੀਅਤ ਹੈ, ਇਹ ਸਪੈਸ਼ਲਿਸਟੀ ਉਹਨਾਂ ਵਿੱਚ ਹੈ, ਇਸ ਕਰਕੇ ਉਹ ਸਪੈਸ਼ਲ ਬਣਦੇ ਆ। ਉਹਨਾਂ ਨਾਲ ਆਪਾਂ ਭਾਰਤੀ ਕਾਨੂੰਨ ਦੇ ਬਾਰੇ 'ਚ ਗੱਲ ਕਰਾਂਗੇ। ਆਪਾਂ ਗੱਲ ਕਰਾਂਗੇ ਕਿ ਜਿਹੜਾ ਭਾਰਤ ਦਾ ਕਾਨੂੰਨ ਹੈ ਉਹ ਸੱਚ 'ਤੇ ਕਿੱਦਾਂ ਲਾਗੂ ਹੁੰਦਾ, ਜਾਂ ਅਸੀਂ ਉਸ ਕਾਨੂੰਨ ਨੂੰ ਵਰਤ ਕੇ ਆਪਣੇ ਮਸਲੇ ਕਿੱਦਾਂ ਹੱਲ ਕਰ ਸਕਦੇ ਹਾਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਸਰੀ ਉਹਨਾਂ ਦੀ ਜਿਹੜੀ ਖਾਸੀਅਤ ਹੈ, ਇੰਗਲੈਂਡ ਦੇ ਵਿੱਚ ਉਹਨਾਂ ਨੇ ਸਪੈਸ਼ਲ ਕੋਰਸ ਕੀਤਾ, ਇਮੀਗ੍ਰੇਸ਼ਨ ਦੇ ਉਹ ਐਕਸਪਰਟ ਹਨ। ਅਤੇ ਜਦੋਂ ਬੰਦਾ ਐਕਸਪਰਟ ਹੁੰਦਾ ਫਿਰ ਐਡਵਾਈਸ ਵੀ ਕਰਦਾ, ਸਲਾਹ ਮਸ਼ਵਰਾ ਵੀ ਦਿੰਦਾ। ਅਤੇ ਇਹ ਦੋਨੇ ਖੂਬੀਆਂ ਉਹਨਾਂ ਵਿੱਚ ਕਮਾਲ ਹਨ। ਉਹ ਸਮਾਜ ਵਿੱਚ ਵਿਚਰਦੇ ਹਨ ਔਰ ਲੋਕਾਂ ਦੀ ਕਾਫੀ ਹੈਲਪ ਕਰਦੇ ਹਨ। ਕਿਉਂਕਿ ਆਪਾਂ ਸਮਾਜ ਦੇ ਵਿੱਚ ਮਦਦ ਕਰਨ ਦੀ ਗੱਲ ਕਰਦੇ ਹਾਂ, ਕਿਉਂਕਿ ਬੇਸ਼ੱਕ ਸਾਨੂੰ 50-60 ਸਾਲ ਇੱਥੇ ਰਹਿੰਦਿਆਂ ਨੂੰ ਹੋਇਆ, ਕੁਛ ਲੋਕਾਂ ਨੂੰ 70 ਤੋਂ ਵੀ ਜ਼ਿਆਦਾ ਹੋ ਗਏ ਹੋਣਗੇ। ਸਾਡੇ ਮਸਲੇ ਜਿਹੜੇ ਪੰਜਾਬ ਦੇ ਆ ਉਹ ਨਾ ਮੁੱਕੇ ਆ, ਨਾ ਮੁੱਕਣ ਦੀ ਆਸ ਹੈ, ਕਿਉਂਕਿ ਸਾਨੂੰ ਭਾਰਤੀ ਕਾਨੂੰਨਾਂ ਦੀ ਹਮੇਸ਼ਾ ਲੋੜ ਪੈਂਦੀ ਰਹਿੰਦੀ ਹੈ। ਅਸੀਂ ਕਿਤੇ ਨਾ ਕਿਤੇ ਆ ਕੇ ਸਟਕ ਹੋ ਜਾਂਦੇ ਹਾਂ, ਸਾਡੇ ਮਸਲੇ ਹੱਲ ਨਹੀਂ ਹੁੰਦੇ, ਚਾਹੇ ਉਹ ਜ਼ਮੀਨ ਦੁਕਾਨਾਂ ਦਾ ਜਾਇਦਾਦ ਦਾ ਮਸਲਾ ਹੋਵੇ, ਚਾਹੇ ਉਹ ਸਾਡੇ ਫੈਮਿਲੀ ਕਨਫਲਿਕਟ ਦਾ ਮਸਲਾ ਹੋਵੇ। ਅਤੇ ਥੋੜ੍ਹੀ ਬਹੁਤ ਗੱਲ ਆਪਾਂ ਇਹਨਾਂ ਬਾਰੇ ਕਰਾਂਗੇ। ਬਾਕੀ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਟੈਲੀਵਿਜ਼ਨ 'ਤੇ ਕਿਸੇ ਮਸਲੇ ਬਾਰੇ ਗੱਲਬਾਤ ਹੁੰਦੀ ਹੈ, ਉਹ ਬੇਸਿਕ ਗਾਈਡੈਂਸ ਹੁੰਦੀ ਹੈ, ਕਿਉਂਕਿ ਸਹੀ ਜਿਹੜਾ ਮਸਲਾ ਹੁੰਦਾ, ਜਿੰਨਾ ਚਿਰ ਮਸਲੇ ਨੂੰ ਸਟੱਡੀ ਨਹੀਂ ਕੀਤਾ ਜਾਂਦਾ, ਉਨਾ ਚਿਰ ਦੁਨੀਆ ਦਾ ਕੋਈ ਵੀ ਕਾਨੂੰਨ ਤੁਹਾਨੂੰ ਸਹੀ ਗਾਈਡਲਾਈਨ ਨਹੀਂ ਦੇ ਸਕਦਾ ਵੀ ਕੀ ਕਰਨਾ ਚਾਹੀਦਾ। ਆਪਾਂ ਬੇਸਿਕ ਕਾਨੂੰਨਾਂ ਦੀ ਜਿਹੜੀ ਬਣਤਰ ਆ, ਜਾਂ ਕਾਨੂੰਨਾਂ ਦੀ ਅੰਡਰਸਟੈਂਡਿੰਗ ਕੀ ਆ, ਜਾਂ ਕਾਨੂੰਨ ਨੂੰ ਕਿੱਦਾਂ ਵਰਤਿਆ ਜਾ ਸਕਦਾ ਆਪਣੇ ਮਸਲੇ ਹੱਲ ਕਰਨ ਲਈ, ਇਹ 'ਤੇ ਆਪਾਂ ਗੱਲ ਕਰਾਂਗੇ। ਪਹਿਲਾਂ ਆਪਾਂ ਜਾਣਕਾਰੀ ਇਹ ਪ੍ਰਾਪਤ ਕਰਦੇ ਹਾਂ ਉਹਨਾਂ ਕੋਲੋਂ ਕਿ ਵੀ ਉਹ ਜਗਰੂਪ ਸਿੰਘ ਜੀ ਐਕਚੁਅਲੀ ਕਰਦੇ ਕੀ ਆ। ਪਹਿਲਾ ਹਿੱਸਾ ਆਪਾਂ ਜਿਹੜਾ ਭਾਰਤੀ ਕਾਨੂੰਨ ਸੰਬੰਧੀ ਉਹਨਾਂ ਦੀਆਂ ਸੇਵਾਵਾਂ ਬਾਰੇ ਗੱਲ ਕਰਾਂਗੇ, ਅਤੇ ਜਿਹੜਾ ਦੂਜਾ ਹਿੱਸਾ ਉਹ ਫਿਰ ਇੰਗਲੈਂਡ ਦੇ ਵਿੱਚ ਜਿਹੜੇ ਇਮੀਗ੍ਰੇਟ ਲੋਕ, ਜਿਹੜੇ ਭਾਰਤ ਤੋਂ ਜਾਂ ਪਾਕਿਸਤਾਨ, ਬੰਗਲਾਦੇਸ਼ ਤੋਂ ਆ ਕੇ ਇੱਥੇ ਲੋਕ ਕੋਸ਼ਿਸ਼ ਕਰ ਰਹੇ ਆ ਸੈਟਲ ਹੋਣ ਦੀ, ਜਾਂ ਉਹਨਾਂ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੋਵੇ, ਜਾਂ ਕੋਈ ਕੱਚਾ ਆਇਆ ਪੱਕਾ ਆਇਆ, ਇਹਦੇ ਬਾਰੇ ਆਪਾਂ ਗੱਲ ਉਹਨਾਂ ਤੋਂ ਜਾਣਕਾਰੀ ਲਵਾਂਗੇ। ਜਾਣਕਾਰੀ ਲਵਾਂਗੇ ਕਿ ਵੀ ਉਹ ਇਮੀਗ੍ਰੇਸ਼ਨ ਦੇ ਐਕਸਪਰਟ ਹੋਣ ਦੇ ਕਰਕੇ ਉਹ ਕਿੱਦਾਂ ਲੋਕਾਂ ਨੂੰ ਮਦਦਗਾਰ ਸਾਬਤ ਹੋ ਸਕਦੇ ਹਨ, ਜਾਂ ਕਿੱਦਾਂ ਉਹ ਲੋਕਾਂ ਨੂੰ ਮਦਦਗਾਰ ਸਾਬਤ ਹੋ ਰਹੇ ਹਨ। ਆਓ ਆਪਾਂ ਪਹਿਲਾਂ ਮਿਲਦੇ ਹਾਂ ਜਗਰੂਪ ਸਿੰਘ ਜੀ ਸਮਰਾ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਾਂਸ਼ੀ TV 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਮੈਂ ਵੀ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ, ਅਤੇ ਕਾਂਸ਼ੀ ਟੈਲੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸਪੈਸ਼ਲ ਗੈਸਟ ਵਿੱਚ ਮੈਨੂੰ ਮੌਕਾ ਦਿੱਤਾ। ਹਾਂਜੀ, ਧੰਨਵਾਦ ਜੀ ਤੁਹਾਡਾ ਬਿਲਕੁਲ ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਅੱਜ ਆਪਾਂ ਗੱਲ ਕਰਨੀ ਹੈ, ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਵੀ ਤੁਸੀਂ ਵਕੀਲ ਹੋਣ ਦੇ ਨਾਤੇ ਜੀ ਇੰਡੀਆ ਤੋਂ ਤੁਸੀਂ ਵਕਾਲਤ ਕੀਤੀ, ਉੱਥੇ ਪ੍ਰੈਕਟਿਸ ਵੀ ਕੀਤੀ, ਤੁਸੀਂ ਕਾਨੂੰਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ। ਜੀ ਜੀ। ਇੰਗਲੈਂਡ ਦੇ ਵਿੱਚ ਆ ਕੇ ਜਿਹੜੇ ਭਾਰਤੀ ਕਾਨੂੰਨ, ਉਹ ਇੱਥੇ ਦੇ ਜਿਹੜੇ ਲੋਕ ਹੈ ਉਹਨਾਂ 'ਤੇ ਬਹੁਤ
ਸੈੱਟ ਨਹੀਂ ਬਹਿੰਦਾ, ਉਹਨੂੰ ਨਹੀਂ ਵਰਤ ਸਕਦੇ, ਤੁਸੀਂ ਲੋਕਾਂ ਦੀ ਕਿੱਦਾਂ ਮਦਦ ਕਰ ਰਹੇ, ਕਾਨੂੰਨ ਨੂੰ ਕਿੱਦਾਂ, ਤੁਸੀਂ ਕਿਹੜੀ ਸੇਵਾਵਾਂ ਪੇਸ਼ ਕਰ ਰਹੇ ਹੋ ਤੁਸੀਂ? ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਹੜਾ ਹੈਗਾ ਜਿਹੜੇ NRI ਇੱਥੇ ਭਰਾ ਰਹਿੰਦੇ ਆ ਸਾਡੇ, ਜਾਂ NRI ਨਾ ਵੀ ਹੋਣ ਉੱਦਾਂ ਵੀ ਰਹਿ ਰਹੇ ਆ ਲੀਗਲੀ ਤੌਰ 'ਤੇ, ਜੇ ਕੋਈ ਉਹਨਾਂ ਦਾ ਇੰਡੀਆ 'ਚ ਮਸਲਾ ਹੈ, ਜਿੱਦਾਂ ਕਿਸੇ ਨੇ ਪਾਵਰ ਟੋਰਨੀ ਦਾ ਮਸਲਾ ਬਣਾਉਣੀ ਹੋਵੇ, ਜਾਂ ਕਿਸੇ ਨੇ ਵਸੀਅਤ ਬਣਾਉਣੀ ਹੋਵੇ, ਜਾਂ ਕੋਈ ਕਈ ਵਾਰੀ ਹਲਫਨਾਮਾ ਜਿਹਨੂੰ ਆਪਾਂ ਐਫੀਡੇਵਿਟ ਕਹਿੰਦੇ ਆ, ਜਾਂ ਕਿਸੇ ਨੇ ਵਕਾਲਤਨਾਮਾ ਬਣਾਉਣਾ ਹੋਵੇ, ਜਾਂ ਕੋਈ ਹੋਰ ਵੀ ਮਸਲੇ ਹੈਗੇ ਆ ਜਿੱਦਾਂ ਤਕਸੀਮ ਦੇ ਮਸਲੇ ਆ, ਜਾਂ ਮੁਟੇਸ਼ਨ ਇੰਤਕਾਲ ਕਰਾਉਣੀ ਹੋਵੇ ਕਿਸੇ ਨੇ, ਅਤੇ ਉਹ ਮਸਲੇ ਜਿਹੜੇ ਹੈਗੇ ਅਸੀਂ ਹੈਲਪ ਕਰਦੇ ਹਾਂ ਕਿ ਉਹਨਾਂ ਨੂੰ ਨਾ ਜਾਣਾ ਪਵੇ, ਇੱਥੋਂ UK ਤੋਂ ਨਾ ਜਾਣਾ ਪਵੇ ਉਹ ਖਰਚਾ ਕਰਕੇ, ਅਤੇ ਅਸੀਂ ਉਹਨਾਂ ਦਾ ਜਿਹੜਾ ਮਸਲਾ ਹੈਗਾ ਇੱਥੇ ਵੱਧ ਤੋਂ ਵੱਧ ਅਸੀਂ ਉਹਨਾਂ ਦਾ ਹੈਲਪ ਕਰ ਸਕੀਏ। ਇਹ ਆ ਸਾਡੀ। ਅੱਛਾ, ਇਹ ਤਾਂ ਐਫੀਡੇਵਿਟ ਦੀ ਗੱਲ ਹੈਗੀ ਆ ਕਿ ਇੱਥੋਂ ਬੈਠਿਆਂ 'ਤੇ ਮਸਲਾ ਹੱਲ ਹੋ ਜਾਂਦਾ? ਇਹ ਵੀ ਹੁਣ ਜਿਹੜਾ ਹੈਗਾ ਤੁਹਾਡਾ ਸਵਾਲ ਜਿਹੜਾ ਕਿ ਉਹ ਮਸਲਾ ਕਿੱਦਾਂ ਦਾ ਹੈਗਾ। ਅੱਛਾ, ਕਈ ਮਸਲੇ ਜਿਹੜੇ ਹੈਗੇ ਆ ਉਹ ਤੁਹਾਡੇ ਇੱਥੇ ਬੈਠੇ ਹੱਲ ਹੋ ਸਕਦੇ ਆ, ਪਰ ਕਈ ਵਾਰੀ ਤੁਹਾਨੂੰ ਆਪ ਵੀ ਜਾਣਾ ਪੈਂਦਾ ਹੈਗਾ। ਠੀਕ ਹੈ। ਜਿੱਦਾਂ ਹੁਣ ਜੇ ਕਿਸੇ ਦੀ ਗਵਾਹੀ ਆ, ਹੁਣ ਗਵਾਹੀ ਤਾਂ ਤੁਹਾਨੂੰ ਆਪ ਹੀ ਜਾਣਾ ਪੈਣਾ। ਠੀਕ ਹੋ ਵਧੀਆ। ਅੱਛਾ, ਤੁਸੀਂ ਕਾਨੂੰਨ ਦੇ ਐਕਸਪਰਟ ਕਰਕੇ ਮੈਂ ਪੁੱਛਦਾ ਕਿ ਵੀ ਜਿਹੜੇ ਇੰਗਲੈਂਡ 'ਚ ਲੋਕ ਹੈਗੇ ਆ, ਐਕਸਕਿਊਜ਼ ਮੀ, ਤੁਹਾਡੇ ਕੋਲ ਕਿੱਦਾਂ ਦੀ ਮਦਦ ਲੈਣ ਲੋਕ ਆਉਂਦੇ ਆ? ਜਿਹੜੀ ਮਦਦ, ਕਿਸੇ ਦੀ ਕੋਈ ਜ਼ਮੀਨ ਦਾ ਝਗੜਾ ਹੋ ਗਿਆ, ਜਾਂ ਕਿਸੇ ਦੁਕਾਨ ਦਾ ਝਗੜਾ ਹੋ ਗਿਆ, ਜਾਂ ਕਿਸੇ ਲੜਾਈ ਝਗੜਾ ਹੋ ਗਿਆ ਭੈਣ ਭਰਾਵਾਂ ਦੇ ਨਾਲ, ਠੀਕ ਹੈ, ਕਿੱਦਾਂ ਦੇ ਮਸਲੇ ਤੁਸੀਂ ਹੱਲ ਕਰਦੇ ਆ ਜਾਂ ਮਦਦ ਕਰਦੇ ਹੱਲ ਕਰਨ ਲਈ? ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਵੱਧ ਤੋਂ ਵੱਧ ਜਿਹੜੇ ਲੋਕੀ ਆਉਂਦੇ ਆ ਉਹ ਮੇਨ ਪਾਵਰ ਟੋਰਨੀਆਂ ਜਿਹੜੀਆਂ ਹੈਗੀਆਂ, ਪਾਵਰ ਟੋਰਨੀ ਬਣਾਉਣ ਆਉਂਦੇ ਹੈਗੇ ਆ ਕਿ ਉਹਨਾਂ ਦਾ ਕੋਈ ਨਾ ਕੋਈ ਉੱਥੇ ਮਸਲਾ ਹੁੰਦਾ ਹੈਗਾ। ਉਹ ਕਹਿੰਦੇ ਕਿ ਸਾਡੇ ਬਿਹਾਫ 'ਤੇ ਕੋਈ ਬੰਦਾ ਉੱਥੇ ਖੜ੍ਹਾ ਹੋ ਕੇ ਸਾਡੇ ਬਿਹਾਫ 'ਤੇ ਉਹ ਕੰਮ ਉੱਥੇ ਕਰਾ ਸਕੇ, ਜਾਂ ਸਾਡੀ ਜ਼ਮੀਨ ਵੇਚ ਸਕੇ, ਜਾਂ ਸਾਡੇ ਦਾ ਮਸਲਾ ਉੱਥੇ ਕੋਰਟ 'ਚ ਉਹ ਕੇਸ ਲੜ ਸਕੇ। ਅਤੇ ਜਿਹੜਾ ਦੂਜਾ ਮਸਲਾ ਹੈਗਾ ਉਹ ਆਪਣੇ ਇੱਥੇ ਜਿਹੜਾ ਹੈਗਾ ਬਹੁਤ ਲੋਕੀ ਜਿਹੜਾ ਹੈਗਾ ਜਿਨ੍ਹਾਂ ਕੋਲ ਖੇਤੀਬਾੜੀ ਵਾਲੀ ਜ਼ਮੀਨ ਹੈਗੀ ਆ, ਜਾਂ ਕਿਸੇ ਕੋਲ ਦੁਕਾਨਾਂ ਹੈਗੀਆਂ, ਕਈ ਨੂੰ ਦੁਕਾਨਾਂ ਦਾ ਰੈਂਟ ਨਹੀਂ ਆ ਰਿਹਾ, ਜਾਂ ਕਈਆਂ ਨੂੰ ਠੇਕਾ ਨਹੀਂ ਆ ਰਿਹਾ ਹੈਗਾ, ਕਈ ਛਡਾਉਣਾ ਚਾਹੁੰਦੇ ਆ ਜ਼ਮੀਨ, ਅਤੇ ਜਾਂ ਤਕਸੀਮ ਕਰਾਉਣਾ ਚਾਹੁੰਦੇ ਆ ਕਈ ਜ਼ਮੀਨ। ਅਤੇ ਇੱਦਾਂ ਦੇ ਸਾਡੇ ਕੋਲ ਮਸਲੇ ਬਹੁਤ ਆਉਂਦੇ ਆ ਕਿ ਸਾਨੂੰ ਕੀ ਹੈਲਪ ਚਾਹੀਦੀ ਹੈ, ਕਿ ਸਾਡਾ ਮਤਲਬ 5 ਸਾਲ ਹੋ ਗਏ, 7 ਸਾਲ ਹੋ ਗਏ, ਸਾਨੂੰ ਨਾ ਉਹ ਜ਼ਮੀਨ ਸਾਡੀ ਛੱਡਦੇ ਆ ਅਤੇ ਨਾ ਸਾਨੂੰ ਠੇਕਾ ਦੇ ਰਹੇ ਆ। ਅੱਛਾ, ਤੁਸੀਂ ਕੋਈ ਇੰਡੀਆ 'ਚ ਕੋਈ ਬੰਦਾ ਆਪਾਂ ਫਿਕਸ ਕਰ ਸਕਦੇ ਆ ਵੀ ਮੇਰੀ ਬਿਹਾਫ 'ਤੇ ਤੂੰ ਮੇਰਾ ਕੇਸ ਲੜੀ ਜਾਂ? ਹਾਂਜੀ, ਜਿਹੜੇ ਕੇਸ ਆ ਉਹ ਦੋ ਤਰੀਕੇ, ਜਿਹੜਾ ਲਾਅ ਆ ਦੋ ਤਰੀਕੇ ਨਾਲ ਲਾਅ ਆ। ਇੱਕ ਹੈਗਾ ਸਿਵਲ ਲਾਅ ਅਤੇ ਇੱਕ ਹੈਗਾ ਕ੍ਰਿਮੀਨਲ ਲਾਅ। ਜਿਹੜਾ ਕ੍ਰਿਮੀਨਲ ਲਾਅ ਉਹ ਤੁਸੀਂ ਕਿਸੇ ਨੂੰ ਪਾਵਰ ਟੋਰਨੀ ਦੇ ਕੇ ਆਪਣੇ ਬਿਹਾਫ 'ਤੇ ਕਿਸੇ ਨੂੰ ਖੜ੍ਹਾ ਨਹੀਂ ਕਰ ਸਕਦੇ, ਪਰ ਜਿਹੜੇ ਸਿਵਲ ਮੈਟਰ ਜਿੱਦਾਂ ਪ੍ਰੋਪਰਟੀ ਦਾ ਮੈਟਰ ਆ, ਅਤੇ ਤੁਸੀਂ ਆਪਣੇ ਬਿਹਾਫ 'ਤੇ ਉੱਥੇ ਬੰਦਾ ਖੜ੍ਹਾ ਕਰ ਸਕਦੇ ਆ। ਅੱਛਾ, ਜਿਹੜੀ ਆਮ ਲੋਕ ਆ ਮੇਰੇ ਵਰਗੇ ਜੀ, ਉਹਨਾਂ ਨੂੰ ਇਹ ਨਹੀਂ ਪਤਾ ਵੀ ਸਿਵਲ ਲਾਅ ਦਾ ਅਤੇ ਕ੍ਰਿਮੀਨਲ ਲਾਅ ਦਾ, ਜਾਂ ਜਿਹੜੇ ਹੈਗੇ ਆ ਕਾਊਂਟੀ ਦੇ ਲਾਅ ਕਿੱਦਾਂ ਇਹ ਵਰਕਆਊਟ ਹੁੰਦਾ। ਤੁਸੀਂ ਜਦੋਂ ਤੁਹਾਡੇ ਕੋਲ ਲੋਕ ਆਉਂਦੇ ਆ ਵੀ ਮੈਂ ਕਿਸੇ ਨੂੰ ਪਾਵਰ ਦੇਣੀ ਆ ਕੰਮ ਕਰਨ ਲਈ, ਠੀਕ ਹੈ ਜੀ, ਅੱਛਾ, ਕੰਮ ਜੇ ਮੈਂ ਤੁਹਾਨੂੰ ਕਹਿ ਦਵਾਂ ਮੇਰੇ ਬਿਹਾਫ 'ਤੇ ਮੈਂ ਫਲਾਨਾ ਬੰਦਾ, ਮੇਰਾ ਜੀਜਾ ਜਾਂ ਮੇਰਾ ਮਾਮਾ ਕੇਸ ਲੜੂਗਾ ਇਹ, ਜੀ, ਤੁਸੀਂ ਜੇ ਸਾਈਨ ਕਰਦੇ ਹੋ ਤਾਂ ਉਹਨੂੰ ਅਥਾਰਟੀ ਮਿਲ ਜਾਂਦੀ ਹੈ? ਜੀ, ਉਹਦੇ ਲਈ ਆਪਾਂ ਨੂੰ ਇੱਥੋਂ ਪਾਵਰ ਟੋਰਨੀ ਤਿਆਰ ਕਰਕੇ ਭੇਜਣੀ ਪੈਂਦੀ ਹੈ। ਪਾਵਰ ਟੋਰਨੀ ਤਿਆਰ ਕਰਨ ਦਾ ਕੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਉਹਨਾਂ ਤੋਂ ਸੁਣੀਦਾ ਹੈਗਾ ਕਿ ਉਹ ਚਾਹੁੰਦੇ ਕੀ ਆ, ਕਿ ਉਹ ਜ਼ਮੀਨ ਵੇਚਣਾ ਚਾਹੁੰਦੇ ਆ, ਜਾਂ ਇਕੱਲਾ ਕੇਸ ਲੜਨ ਦੀ ਪਾਵਰ ਦੇਣਾ ਚਾਹੁੰਦੇ ਆ। ਫਿਰ ਅਸੀਂ ਪਾਵਰ ਟੋਰਨੀ ਤਿਆਰ ਕਰੀਦੀ। ਪਾਵਰ ਟੋਰਨੀ ਜਨਰਲੀ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਹੈ ਜਨਰਲ ਪਾਵਰ ਟੋਰਨੀ ਅਤੇ ਇੱਕ ਸਪੈਸ਼ਲ ਪਾਵਰ ਟੋਰਨੀ। ਠੀਕ। ਜਨਰਲ ਪਾਵਰ ਟੋਰਨੀ 'ਚ ਆਪਾਂ ਸਾਰੀਆਂ ਪਾਵਰਾਂ ਉਹਨਾਂ ਨੂੰ ਦੇ ਸਕਦੇ ਹਾਂ। ਉਹ ਆਪਣੇ ਬਿਹਾਫ 'ਤੇ ਜ਼ਮੀਨ ਵੇਚ ਸਕਦੇ ਆ, ਜ਼ਮੀਨ ਨੂੰ ਟਰਾਂਸਫਰ ਕਰ ਸਕਦੇ ਆ, ਗਿਫਟ ਕਰ ਸਕਦੇ ਆ, ਅਤੇ ਮਤਲਬ ਉਹਨਾਂ ਕੋਲ ਸਾਰੀਆਂ ਹੋਲ ਪਾਵਰਸ ਜਿਹੜੀਆਂ ਹੁੰਦੀਆਂ ਹੈਗੀਆਂ। ਠੀਕ। ਪਰ ਜਿਹੜੀ ਸਪੈਸ਼ਲ ਪਾਵਰ ਟੋਰਨੀ ਆ ਉਹਦੇ ਵਿੱਚ ਤੁਸੀਂ ਇੱਕ ਸਪੈਸੀਫਿਕ ਪਾਵਰ, ਕੇਸ ਲੜਨ ਦੀ ਪਾਵਰ ਹੋ ਗਈ, ਜਾਂ ਕਈ ਵਾਰੀ ਮੋਟਰ ਕਨੈਕਸ਼ਨ ਦਾ ਕੋਈ ਮਸਲਾ ਹੁੰਦਾ, ਛੋਟਾ ਮਸਲਾ, ਉਹ ਤੁਸੀਂ ਸਪੈਸ਼ਲ ਪਾਵਰ ਟੋਰਨੀ ਬਣਾ ਕੇ ਤੁਸੀਂ ਦੇ ਸਕਦੇ ਹੋ। ਕਿਉਂਕਿ ਆਪਣੇ ਜਿਹੜੇ ਦਰਸ਼ਕਾਂ ਨੂੰ ਆ ਇਹ ਕਈ ਵਾਰੀ ਨਹੀਂ ਪਤਾ ਹੁੰਦਾ ਫਰਕ ਕਿ ਜਨਰਲ ਪਾਵਰ ਟੋਰਨੀ ਬਣਾਉਣੀ ਚਾਹੀਦੀ ਕਿ ਸਪੈਸ਼ਲ ਬਣਾਉਣੀ ਚਾਹੀਦੀ ਆ। ਕਈ ਹੁਣ ਸਾਡੇ ਕੋਲ ਮਸਲੇ ਇੱਦਾਂ ਦੇ ਵੀ ਆਏ ਆ, ਫਿਰ ਤੁਸੀਂ ਦੱਸਦੇ ਆ ਗੱਲ ਸੁਣ ਕੇ। ਹਾਂਜੀ, ਕਿ ਅਸੀਂ ਦੱਸ ਦਈਦਾ ਹੈਗਾ ਕਿ ਤੁਸੀਂ ਸਪੈਸ਼ਲ ਪਾਵਰ ਟੋਰਨੀ ਬਣਾਓ ਜਾਂ ਜਨਰਲ ਬਣਾਓ। ਕਈ ਵਾਰੀ ਇੱਥੇ ਵੀ ਮਸਲੇ ਇਹ ਵੀ ਆਏ ਆ ਕਿ ਉਹ ਬਣਾ ਲੈਂਦੇ ਜਨਰਲ ਪਾਵਰ ਟੋਰਨੀ, ਉੱਥੇ ਮਸਲਾ ਜਨਰਲ ਪਾਵਰ, ਤੇ ਉਹ ਮਿਸਯੂਜ਼ ਕਰ ਸਕਦੇ ਆ ਤੁਹਾਡੀ ਜਿਹੜੀ ਪਾਵਰ ਟੋਰਨੀ ਆ ਇੰਡੀਆ 'ਚ ਤੁਹਾਡੀ ਮਿਸਯੂਜ਼ ਹੋ ਸਕਦੀ ਹੈ।
ਠੀਕ ਆ। ਅੱਛਾ, ਜਦੋਂ ਲੋਕ ਤੁਹਾਡੇ ਕੋਲ ਆਉਂਦੇ ਆ ਜੀ ਵੀ ਮੇਰੀਆਂ ਦੁਕਾਨਾਂ ਆ, ਜੀ ਬੰਦਾ ਛੱਡਦਾ ਨਹੀਂ, ਹਾਂਜੀ, ਉਹਦਾ ਕੀ ਪ੍ਰੋਸੀਜਰ ਕੀ ਆ, ਕੀ ਕਰਦੇ ਤੁਸੀਂ? ਪ੍ਰੋਸੀਜਰ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਦੁਕਾਨਾਂ ਦਾ ਰੈਂਟ ਪੁੱਛੀਦਾ ਹੈਗਾ। ਸਭ ਤੋਂ ਪਹਿਲਾਂ ਹੈ ਕਿ ਦੁਕਾਨ ਹੈ ਕਿੱਥੇ ਆ। ਦੁਕਾਨ ਤੁਹਾਡੇ ਸ਼ਹਿਰ 'ਚ ਪੈਂਦੀ ਆ, ਮੁਨਸਿਪੈਲਿਟੀ ਕਾਰਪੋਰੇਸ਼ਨ ਦੇ ਅੰਡਰ ਆਉਂਦੀ ਆ ਜਾਂ ਬਾਹਰ ਆਉਂਦੀ ਆ। ਜੇ ਤਾਂ ਤੁਹਾਡੀ ਜਿਹੜੀ ਦੁਕਾਨ ਹੈਗੀ ਆ ਮੁਨਸਿਪੈਲਿਟੀ ਕਾਰਪੋਰੇਸ਼ਨ ਦੇ ਅੰਡਰ ਆਉਂਦੀ ਆ, ਫਿਰ ਕਾਨੂੰਨ ਹੋਰ ਹੈ, ਉਹਦੇ ਲਈ ਕਾਨੂੰਨ ਹੋਰ ਆ। ਪਰ ਜਿਹੜੀ ਸਾਡੀ ਜ਼ਮੀਨ ਆ ਖੇਤੀਬਾੜੀ ਵਾਲੀ ਜਾਂ ਮੁਨਸਿਪੈਲਿਟੀ ਕਾਰਪੋਰੇਸ਼ਨ ਤੋਂ ਬਾਹਰ ਆਉਂਦੀ ਆ, ਉਹਦੇ ਲਈ ਕਾਨੂੰਨ ਹੋਰ ਹੈ। ਆਪਾਂ ਐਗਜ਼ਾਮਪਲ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀਗਾ ਵੀ ਆਪਾਂ ਸਿਰਫ ਜਿਹੜੀ ਬੇਸਿਕ ਲਾਈਨ ਉਹੀ ਗੱਲ ਕਰਦੇ ਹਾਂ। ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਦੁਕਾਨ ਦੀ। ਫਰਜ਼ ਕੋਲ ਮੇਰੀਆਂ ਦੁਕਾਨਾਂ ਆ ਜੀ, ਮੈਂ ਦੁਕਾਨਾਂ ਖਾਲੀ ਕਰਾਉਣੇ ਚਾਹੁੰਦਾ। ਠੀਕ ਹੈ, ਕੋਈ ਵੀ ਵਜ੍ਹਾ ਕੋਈ ਵੀ ਹੋਵੇ, ਠੀਕ ਹੈ ਜੀ, ਚਾਹੇ ਉਹ ਕਿਰਾਇਆ ਨਹੀਂ ਦੇ ਰਿਹਾ, ਚਾਹੇ ਮੈਂ ਹੋਰ ਕੁਝ ਉੱਥੇ ਕਰਨਾ, ਠੀਕ ਹੈ। ਜਿਹੜੇ ਉੱਥੇ ਆਕੂਪਾਇਰ ਹੈਗਾ ਆ ਜੀ, ਜਿਹਦੇ ਕੋਲ ਦੁਕਾਨਾਂ ਹੈਗੀਆਂ, ਉਹ ਛੱਡ ਨਹੀਂ ਰਿਹਾ ਜੀ। ਤੇ ਇੱਕ ਤਾਂ ਇਹੀ ਗੱਲ ਸੁਣ ਆਈ ਆ ਵੀ ਲੋਕ ਪੈਸਾ ਮੰਗਣ ਲੱਗ ਪੈਂਦੇ, ਸਾਨੂੰ ਇੰਨੇ ਪੈਸੇ ਤਾਂ ਹੀ ਛੱਡਾਂਗੇ, ਤੇ ਜਾਂ ਕੋਈ ਹੋਰ ਰੀਜ਼ਨ ਹੁੰਦਾ। ਹਾਂਜੀ, ਤੇ ਤੁਸੀਂ ਉਹ ਦੁਕਾਨਾਂ ਕਿੱਦਾਂ ਖਾਲੀ ਕਰੋ, ਕੀ ਕਰਨਾ ਚਾਹੀਦਾ ਆਮ ਬੰਦਿਆਂ ਨੂੰ, ਜਾਂ ਕਿੱਦਾਂ ਚਲਾਉਂਗੇ? ਸਭ ਤੋਂ ਪਹਿਲਾਂ ਉਹਨਾਂ ਨੂੰ ਲੀਗਲ ਨੋਟਿਸ ਭੇਜਣਾ ਚਾਹੀਦਾ ਹੈਗਾ। ਲੀਗਲ ਨੋਟਿਸ 'ਚ ਆਪਾਂ ਆਮ ਤੌਰ 'ਤੇ ਉਹਨਾਂ ਨੂੰ 30 ਦਿਨ ਦਾ ਟਾਈਮ ਦੇ ਦਿੱਤਾ ਹੈਗਾ ਕਿ ਸਾਨੂੰ ਇਸ ਪਰਪਸ ਲਈ ਕਿ ਅਸੀਂ ਦੁਕਾਨਾਂ ਪਰਪਸ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਦੁਕਾਨਾਂ ਕਿਉਂ ਖਾਲੀ ਕਰਾਉਣਾ ਚਾਹੁੰਦੇ ਹੋ। ਨਹੀਂ, ਜੇ ਮੇਰੀ ਪ੍ਰਾਪਰਟੀ, ਹਾਂਜੀ, ਭਾਵੇਂ ਤੁਹਾਡੀ ਪ੍ਰਾਪਰਟੀ ਵੀ ਹੋਵੇ, ਮੇਰੀ ਮਰਜ਼ੀ ਨਹੀਂ ਹੈ, ਮਾਲਕ ਤੁਸੀਂ ਆ, ਪਰ ਉਹਨਾਂ ਨੂੰ ਦੱਸਣਾ ਪੈਣਾ ਕਿ ਕਿਉਂ ਅਸੀਂ ਖਾਲੀ ਕਰਾਉਣਾ ਚਾਹੁੰਦਾ। ਉਹਦਾ ਪਰਪਸ ਲਿਖਣਾ ਜ਼ਰੂਰੀ ਆ ਕਿ ਤੁਸੀਂ ਆਪਣੇ ਯੂਜ਼ ਲਈ ਇਨ ਫਿਊਚਰ ਤੁਸੀਂ ਯੂਜ਼ ਕਰਨਾ ਚਾਹੁੰਦੇ ਆ ਜਾਂ ਕੋਈ ਹੋਰ ਮਸਲਾ ਹੈਗਾ, ਤਾਂ ਉਹ ਦੱਸਣਾ ਜ਼ਰੂਰੀ ਹੈ। ਅਤੇ ਆਪਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ 30 ਦਿਨ ਦਾ ਨੋਟਿਸ ਦੇਣਾ ਹੁੰਦਾ। 30 ਦਿਨ ਤੋਂ ਬਾਅਦ ਆਪਾਂ ਨੂੰ ਜੇ ਉਹ ਨਹੀਂ ਖਾਲੀ ਕਰਦਾ, ਫਿਰ ਆਪਣੇ ਕੋਲ ਇੱਕ ਮਸਲਾ ਜਿਹੜਾ ਆਪਣੇ ਕੋਲ ਇੱਕ ਰਹਿ ਜਾਂਦਾ ਹੈਗਾ, ਕੋਰਟ ਜਾਣਾ, ਜਿਹੜਾ ਆਪਾਂ ਕੋਰਟ ਜਾ ਕੇ ਕੇਸ ਫਾਈਲ ਕਰ ਸਕਦੇ ਹਾਂ। ਠੀਕ ਆ। ਫਿਰ ਜਿਹੜਾ ਹੈਗਾ ਉੱਥੇ ਦੇਖੋ, ਤੁਹਾਨੂੰ ਪਤਾ ਹੀ ਹੈ ਕਿ ਇੰਡੀਆ 'ਚ ਕਈ ਵਾਰੀ ਸਾਲਾਂ ਲੱਗ ਜਾਂਦੇ ਆ ਕੇਸ, ਪਰ ਹਜੇ ਜਿਹੜੇ ਹੈਗੇ ਆ ਇਹ 3 ਸਾਲ ਆਪਾਂ ਲਾ ਕੇ ਚੱਲੀਏ ਕਿ 3 ਸਾਲ ਲੱਗ ਜਾਂਦੇ ਆ ਤੁਹਾਨੂੰ ਆਰਡਰ, ਮਤਲਬ ਕੋਰਟ ਤੋਂ ਆਰਡਰ ਲੈਣ ਨੂੰ। ਫਿਰ ਕੋਰਟ ਦੇ ਆਰਡਰ ਤੋਂ ਬਾਅਦ ਆਪਾਂ ਪੁਲਿਸ ਦੀ ਹੈਲਪ ਲੈ ਸਕਦੇ ਹਾਂ। ਕੋਰਟ ਆਪ ਕਹਿੰਦੀ ਹੈ। ਮੈਂ ਥੋੜ੍ਹਾ ਜਿਹਾ ਸੌਰੀ ਵਕੀਲ ਸਾਹਿਬ, ਮੈਂ ਇੰਟਰਪਟ ਕੀਤਾ ਤੁਹਾਨੂੰ ਜੀ। ਇਹ ਗੱਲ ਮੇਰੀ ਹੱਲੇ ਸਮਝ ਤੋਂ ਬਾਹਰ ਰਹੀ ਆ ਵੀ ਮੇਰੀ ਪ੍ਰਾਪਰਟੀ ਆ ਜੀ, ਤੁਹਾਨੂੰ ਲੋੜ ਸੀ ਜਾਂ ਕਿਸੇ ਨੂੰ ਲੋੜ ਸੀ ਵੀ ਮੈਨੂੰ ਕਿਰਾਏ 'ਤੇ ਮੈਂ ਉਹਨੂੰ ਦੇ ਦਿੱਤੀ, ਠੀਕ ਹੈ ਜੀ। ਹੁਣ ਮੈਨੂੰ ਦੁਕਾਨ ਚਾਹੀਦੀ ਕਿਉਂਕਿ ਪ੍ਰਾਪਰਟੀ ਮੇਰੀ ਆ। ਹਾਂਜੀ, ਇਹ ਗੱਲ ਤਾਂ ਮੇਰੀ ਸਮਝ ਆਉਂਦੀ ਆ ਵੀ ਉਹਨੂੰ ਮਹੀਨਾ ਜਾਂ 2 ਮਹੀਨੇ, ਭਾਵੇਂ 6 ਮਹੀਨੇ, ਠੀਕ ਹੈ, ਨੋਟਿਸ ਚਾਹੀਦਾ। ਇਹ ਤਾਂ ਗੱਲ ਸਮਝ ਆਉਂਦੀ ਆ ਵੀ ਤਾਂ ਕਿ ਬੰਦਾ ਕੋਈ ਆਪਣਾ ਬੰਦੋਬਸਤ ਕਰਨ ਨੂੰ ਟਾਈਮ ਚਾਹੀਦਾ। ਇਹ ਗੱਲ ਸਮਝ ਆਉਂਦੀ ਆ ਵੀ ਮੈਨੂੰ ਇਹ ਦੱਸਣਾ ਜ਼ਰੂਰੀ ਆ ਵੀ ਮੈਨੂੰ ਕਿਉਂ ਖਾਲੀ ਕਰਾਉਣੀ। ਇਹ ਵੀ ਪਰਪਸ ਤੁਹਾਨੂੰ ਜ਼ਰੂਰੀ ਹੈ ਕਿ ਕਿਉਂ ਚਾਹੀਦੀ ਹੈ, ਇਹ ਵੀ ਦੱਸਣਾ। ਇਹ ਉਸ ਬੰਦੇ ਦਾ ਕੀ ਕਰਸਾਨੇ ਨਾ, ਮੈਂ ਜੋ ਮਰਜ਼ੀ ਕਰਾਂ। ਹਾਂਜੀ, ਮੈਂ ਤੁਹਾਡੀ ਗੱਲ ਸਮਝਦਾ ਹਾਂ ਕਿ ਤੁਸੀਂ ਮਾਲਕ ਆ, ਹਾਂਜੀ, ਹੈ ਨਾ, ਪਰ ਇਸ ਟਾਈਮ ਜਿਹੜਾ ਹੈਗਾ ਉਹ ਵੀ ਆਕੂਪਾਇਰ ਆ। ਉਹ 'ਚ ਰੋਜੀ ਰੋਟੀ ਕਮਾ ਰਿਹਾ ਉਹਦੇ ਵਿੱਚੋਂ। ਤੁਸੀਂ ਇਹ ਕਹਿੰਦੇ ਆ ਕਿ ਅਸੀਂ ਤਾਂ ਮੈਂ ਦੁਕਾਨ ਜਿਹੜੀ ਹੈਗੀ ਆ ਇਹ ਤੈਨੂੰ ਨਹੀਂ ਹੁਣ ਰੈਂਟ 'ਤੇ ਦੇਣੀ ਆ, ਮੈਂ ਕਿਸੇ ਹੋਰ ਨੂੰ ਦੇਣੀ ਰੈਂਟ 'ਤੇ। ਉਹ ਬੰਦਾ ਕਹਿੰਦਾ ਮੈਂ ਤਾਂ ਟਾਈਮ ਨਾਲ ਰੈਂਟ ਦੇ ਰਿਹਾ, ਠੀਕ ਆ ਜੀ। ਫਿਰ ਇਹਦੇ ਵਿੱਚ ਮੈਂ ਕਿਉਂ ਖਾਲੀ ਕਰਾਂ? ਫਿਰ ਕੋਰਟ ਕਈ ਵਾਰੀ ਆਰਡਰ ਤੁਹਾਡੇ ਖਿਲਾਫ ਵੀ ਕਰ ਸਕਦੀ ਹੈ ਕਿ ਬੰਦਾ ਟਾਈਮ ਨਾਲ ਜਦੋਂ ਰੈਂਟ ਦੇ ਰਿਹਾ, ਤੁਸੀਂ ਕਹਿ ਰਹੇ ਕਿ ਇਹਨੂੰ ਛੁਡਾ ਕੇ ਅਸੀਂ ਦੂਜੇ ਬੰਦੇ ਨੂੰ ਰੈਂਟ 'ਤੇ ਦੇਣੀ ਆ। ਨਹੀਂ, ਤੁਸੀਂ ਹੋਰ ਮਤਲਬ ਉਹ ਲਈ ਇੱਕ ਜਿਹੜਾ ਸੋਲਿਡ ਪਰਪਸ ਹੋਣਾ ਚਾਹੀਦਾ। ਮੇਰੀ ਮਰਜ਼ੀ ਨਹੀਂ ਹੈ। ਨਹੀਂ, ਓਕੇ, ਠੀਕ ਹੈ। ਇਹ ਵੀ ਅੱਛਾ। ਹੁਣ ਆਪਾਂ ਨੇ ਜ਼ਮੀਨ ਵੱਲ, ਠੀਕ ਹੈ ਜੀ। ਮੇਰੇ ਕੋਲ ਜ਼ਮੀਨ ਆ, ਕਿਉਂਕਿ ਮੈਂ ਰਹਿਣਾ ਇੰਗਲੈਂਡ ਵਿੱਚ, ਜ਼ਮੀਨ ਮੇਰੀ ਪੰਜਾਬ ਵਿੱਚ ਆ, ਠੀਕ ਹੈ। ਮੈਂ ਕਿਸੇ ਨੂੰ, ਜਿਹੜਾ ਬੰਦਾ ਮੈਨੂੰ ਬਹੁਤ ਵਧੀਆ ਮਿਲਦਾ ਸੀ ਉਸ ਵੇਲੇ, ਉਹਨੂੰ ਕਹਤਾ ਵੀ ਇੰਨੇ ਪੈਸੇ ਮੈਂ ਦਊਂਗਾ, ਮੈਨੂੰ ਦੇ ਦੇਣੀ, ਠੀਕ ਹੈ, ਦੇਤੀ ਉਹਨੂੰ, ਠੀਕ ਹੈ। ਲਿਖ ਲਿਆ ਵੀ 5 ਸਾਲ ਕਰ ਲਾ ਤੂੰ, ਟਾਈਮ ਲਿਮਿਟ ਕਰਤੀ, 5 ਸਾਲਾਂ ਬਾਅਦ ਮੈਂ ਤੇ ਕੁਛ ਡਾਲੂੰਗਾ, ਠੀਕ ਹੈ ਜੀ। ਮੈਂ ਜਦੋਂ 4.5 ਸਾਲ ਹੁੰਦੇ ਆ, ਮੈਂ ਉਹਨੂੰ ਕਹਿ ਦਿੰਦਾ ਬਈ ਆਪਣਾ ਟਾਈਮ ਪੂਰਾ ਹੋ ਗਿਆ ਜੀ, 6 ਮਹੀਨੇ ਹੈਗੇ ਆ, ਬਈ 6 ਮਹੀਨਿਆਂ ਬਾਅਦ 'ਚ ਜ਼ਮੀਨ ਜਿਹੜੀ ਉਹ ਮੈਨੂੰ ਖਾਲੀ ਚਾਹੀਦੀ ਆ, ਠੀਕ ਆ। ਉਹ ਬੰਦਾ ਮੈਨੂੰ ਕਹਿੰਦਾ ਵੀ ਜੋ ਕਰਨਾ ਕਰ ਲਾ, ਮੈਂ ਤਾਂ ਨਹੀਂ ਛੱਡਦਾ ਜੀ। ਉਹਦਾ ਕੀ ਪ੍ਰੋਸੀਜਰ ਆ? ਪ੍ਰੋਸੀਜਰ ਉਹਦਾ ਇਹੀ ਹੈ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ। ਸਭ ਤੋਂ ਪਹਿਲਾਂ ਆਪਾਂ ਨੂੰ, ਜਿੱਦਾਂ ਦੇਖੋ ਪਿੰਡਾਂ 'ਚ ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਉੱਥੇ ਬਹਿ ਕੇ, ਜਿਹੜੇ ਆਪਣੇ ਪਿੰਡ ਦੇ ਲੋਕੀ ਹੁੰਦੇ ਆ ਪੰਚਾਇਤ ਵਿੱਚ, ਹੈ ਨਾ, ਪੰਚਾਇਤ ਵਿੱਚ ਬਹਿ ਕੇ ਕਈ ਵਾਰੀ ਮਸਲੇ ਹੱਲ ਹੋ ਜਾਂਦੇ ਆ ਤੁਹਾਡੇ। ਨਹੀਂ, ਮਸਲਾ ਤਾਂ ਹੈ ਹੀ ਨਹੀਂਗਾ, ਸਿੱਧੀ ਗੱਲ ਆ। ਮੈਂ ਜ਼ਮੀਨ ਦਿੱਤੀ 5 ਸਾਲ ਦੀ, ਜੀ, ਲਿਖ ਕੇ ਦਿੱਤੀ ਆ, ਹਾਂਜੀ। 5 ਸਾਲਾਂ ਬਾਅਦ 'ਚ ਉਹਨੂੰ ਆਟੋਮੈਟਿਕਲੀ ਖਤਮ ਕਰਨੀ ਹੈ, ਜੀ, ਕਲੀਅਰ ਕਰਨੀ, ਹਾਂਜੀ। 5 ਸਾਲ ਲਈ ਐਗਰੀਮੈਂਟ ਬਣ ਗਿਆ, ਐਗਰੀਮੈਂਟ ਬਣਿਆ, ਠੀਕ ਹੈ ਜੀ। ਉਹ ਐਗਰੀਮੈਂਟ ਐਕਸੈਪਟ ਕਰਨੇ ਚਾਹ, ਉਹ ਕਹਿੰਦਾ ਵੀ ਮੈਂ ਨਹੀਂ ਕਰਨੀ, ਠੀਕ, ਜੋ ਕਰਨਾ ਕਰ ਲਾ, ਹਾਂਜੀ। ਵਿਵਸਥਾ 'ਚ ਮੈਂ ਪੈ ਗਿਆ ਨਾ,
ਬਿਲਕੁਲ ਪੈ ਗਿਆ ਜੀ। ਹਾਂਜੀ ਉਹ ਤਾਂ ਜ਼ਮੀਨ ਦੇ ਵਿੱਚ ਆ। ਹਾਂਜੀ ਜ਼ਮੀਨ ਦੇ ਵਿੱਚ ਆ। ਇਹਦੇ ਵਿੱਚ ਫਿਰ ਉਹੀ ਆ ਜੀ, ਤੁਹਾਨੂੰ ਮੇਰੀ ਰਾਏ ਇਹ ਹੈ ਕਿ ਜੇ ਆਪਾਂ ਪੰਚਾਇਤ 'ਚ ਬਹਿ ਕੇ ਜੇ ਗੱਲ ਬਣਦੀ ਹੈ ਠੀਕ ਆ, ਨਹੀਂ ਤਾਂ ਫਿਰ ਆਪਾਂ ਨੂੰ ਫੇਰ ਕੋਰਟ ਦਾ ਹੀ ਆਪਣੇ ਕੋਲ ਇੱਕੋ ਹੀ ਆਪਸ਼ਨ ਫੇਰ ਆ, ਕੋਰਟ ਆ। ਕੋਰਟ 'ਚ ਫੇਰ ਆਪਾਂ ਨੂੰ ਉਹੀ ਨੋਟਿਸ ਪਹਿਲਾਂ ਦੇਣਾ ਪੈਂਦਾ ਹੈਗਾ ਅਤੇ ਫਿਰ ਆਪਾਂ ਨੂੰ ਜਿਹੜਾ ਹੈਗਾ ਉਹ ਜਿਹੜੀ ਰੈਂਟ ਡੀਡ ਜਿਹੜੀ ਬਣਾਈ ਹੈ ਐਗਰੀਮੈਂਟ, ਉਹ ਤੁਸੀਂ ਲਾ ਕੇ ਤੁਸੀਂ ਕਹਿ ਸਕਦੇ ਆ ਕਿ ਬਈ ਹੁਣ ਇਹ 5 ਸਾਲ ਦਾ ਐਗਰੀਮੈਂਟ ਆ ਕਿ ਸਾਡੇ 4.5 ਸਾਲ ਹੋ ਗਏ ਆ ਜਾਂ 5 ਸਾਲ ਪੂਰੇ ਹੋ ਗਏ ਆ ਅਤੇ ਮੈਨੂੰ ਇਹ ਜ਼ਮੀਨ ਜਿਹੜੀ ਹੈ ਵਾਪਸ ਚਾਹੀਦੀ ਆ। ਜੇ ਉਹ ਰੈਂਟ ਦਿੰਦਾ ਹੈਗਾ, ਜੇ ਤੁਹਾਨੂੰ ਠੇਕਾ ਟਾਈਮ ਨਾਲ ਦਿੰਦਾ ਹੈਗਾ, ਫਿਰ ਤੁਸੀਂ ਠੇਕਾ ਉਹ ਤੋਂ ਨਹੀਂ ਮੰਗ ਸਕਦੇ ਦੁਬਾਰਾ। ਪਰ ਜੇ ਠੇਕਾ ਨਹੀਂ ਦੇ ਰਿਹਾ ਹੈਗਾ, ਫਿਰ ਆਪਾਂ ਠੇਕੇ ਦਾ ਕੇਸ ਵੀ ਵਿੱਚ ਪਾ ਸਕਦੇ ਹਾਂ। ਅਤੇ ਜ਼ਮੀਨ ਛਡਾਉਣ ਲਈ ਮੈਨੂੰ ਉੱਥੇ ਵੀ ਰੀਜ਼ਨ ਦੇਣਾ ਪਊਗਾ? ਨਹੀਂ, ਉਹਦਾ ਨਹੀਂ ਰੀਜ਼ਨ ਦੇਣਾ ਪੈਣਾ ਤੁਹਾਨੂੰ। ਜ਼ਮੀਨ ਛਡਾਉਣ ਲਈ ਤੁਹਾਨੂੰ ਰੀਜ਼ਨ ਦੇਣਾ ਨਹੀਂ ਪੈਣਾ, ਉਹ ਜਦੋਂ ਐਗਰੀਮੈਂਟ ਤੁਹਾਡਾ ਖਤਮ ਹੋ ਗਿਆ। ਪਰ ਸ਼ੌਪਾਂ ਦਾ ਮਸਲਾ ਹੋਰ ਆ, ਉਹ 'ਚ ਤੁਹਾਨੂੰ ਪਰਪਸ ਲਿਖਣਾ ਪੈਣਾ। ਪਰ ਜਿਹੜਾ ਹੈਗਾ ਐਗਰੀਕਲਚਰ ਜ਼ਮੀਨ ਆ, ਉਹ ਤੁਸੀਂ ਉਹ 'ਚ ਮਸਲੇ ਦੀ ਉਹ 'ਚ ਜਿਹੜਾ ਪਰਪਸ ਆ ਉਹ ਜ਼ਰੂਰੀ ਨਹੀਂ। ਇਹ ਤਾਂ ਮੈਂ ਜਿਹੜਾ ਪਹਿਲਾਂ ਠੇਕਾ ਦਿੱਤਾ ਉਹਦੀ ਕੋਈ ਵੈਲਿਊ ਨਹੀਂ ਫਿਰ? ਠੇਕਾ ਕਿਹੜਾ ਜੀ? ਜ਼ਮੀਨ ਫਰਕ, ਮੈਂ ਜਿਹੜੀ ਜ਼ਮੀਨ ਆ ਜੀ, ਮੈਂ 5 ਸਾਲ ਦਾ ਕੰਟਰੈਕਟ ਦਿੱਤਾ, 5 ਸਾਲ ਤੇਰੀ ਜ਼ਮੀਨ। ਹਾਂਜੀ ਹਾਂਜੀ। ਹੁਣ 5 ਸਾਲੋਂ 6 ਮਹੀਨੇ ਪਹਿਲਾਂ ਮੈਂ ਉਹਨੂੰ ਕਹਿਤਾ ਵੀ ਤੇ ਕੋਈ 6 ਮਹੀਨੇ ਰਹਿ ਗਏ। ਠੀਕ ਹੈ ਜੀ। ਵੀ ਇਸ ਡੇਟ ਫਿਕਸ ਕਰ ਲੈਂਦੇ ਵੀ ਇਸ ਡੇਟ ਨੂੰ ਜ਼ਮੀਨ ਮੈਨੂੰ ਖਾਲੀ ਚਾਹੀਦੀ ਹੈ, ਮੈਂ ਆਉਣਾ ਉੱਥੇ। ਹਾਂਜੀ ਹਾਂਜੀ। ਤੇ ਜੇ ਉਹ ਬੰਦਾ ਕਹਿੰਦਾ ਮੈਂ ਨਹੀਂ ਛੱਡਣੀ, ਜਾਂ ਤੁਹਾਨੂੰ ਉੱਥੇ ਗਿਆ ਤੇ ਕਹਿੰਦਾ ਵੀ ਹਾਂਜੀ ਵੀ ਗੱਲ ਕਰ ਲੈਂਦੇ ਹਾਂ ਆਪਾਂ, ਕੰਪਰੋਮਾਈਜ਼ ਕਰ ਲੈਂਦੇ ਹਾਂ ਜਾਂ ਫੈਸਲਾ ਕਰ ਲੈਂਦੇ ਹਾਂ, ਉਹ ਤੁਸੀਂ ਤਾਂ ਫੈਸਲਾ ਕੀਤਾ ਵੀ ਮੈਂ ਇਹ ਤੋਂ ਜ਼ਮੀਨ ਛਡਾ ਕੇ ਕਿਸੇ ਹੋਰ ਨੂੰ ਦੇਣੀ ਹੈ। ਹਾਂਜੀ। ਜਾਂ ਮੈਂ ਵੇਚਣੀ ਹੈ। ਠੀਕ ਆ। ਇਹ ਮੇਰੀ ਆਪਣੀ ਰੀਜ਼ਨਸ ਹੋ ਸਕਦੇ ਆ ਜੀ। ਉਹ ਬੰਦਾ ਨਹੀਂ ਛੱਡ ਰਿਹਾ। ਹਾਂਜੀ। ਤੇ ਇਹ ਪੰਗੇ, ਵੈਸੇ ਤਾਂ ਵਕੀਲ ਦਾ ਕੰਮ ਇਹ ਪੰਗੇ ਤੋਂ ਕਰਨਾ ਹੁੰਦਾ, ਪਰ ਇਹ ਕਾਫੀ ਕਨਫਿਊਜ਼ਨ ਜੀ ਹੁੰਦੀ ਹੈ ਇਹ ਜੀ। ਜਿਹੜਾ ਹੈਗਾ ਕਿ ਕਿਉਂਕਿ ਜਿਹੜੇ NRI ਬੰਦੇ ਆ, ਬਾਹਰੋਂ ਗਏ ਆ, ਕੋਈ ਬੰਦਾ 2 ਹਫ਼ਤੇ ਲਈ ਜਾਂਦਾ, ਕੋਈ 3 ਹਫ਼ਤੇ ਲਈ ਜਾਂਦਾ, ਫਿਰ ਤੁਸੀਂ ਉਹਨਾਂ ਮਸਲਿਆਂ 'ਚ ਹੀ ਪਏ ਰਹਿੰਦੇ ਆ। ਹਾਂਜੀ। ਕਿ ਇਹ ਆ ਜਿਹੜੀ ਮਤਲਬ ਮੈਨੂੰ ਇਹ ਲੱਗਦਾ ਹੈਗਾ ਕਿ ਤੁਸੀਂ ਜਿਹੜੀ ਜ਼ਮੀਨ ਦਿੰਦੇ ਆ ਨਾ, ਉਹ ਜ਼ਮੀਨ ਜਿਹੜਾ ਹੈਗਾ ਉਹ ਤੁਸੀਂ 5 ਸਾਲ ਲਈ ਨਾ ਕਰੋ ਲੀਜ਼ 'ਤੇ, ਉਹਨੂੰ ਥੋੜ੍ਹੇ ਸਮੇਂ ਲਈ ਕਰ ਲਓ, 2 ਸਾਲ ਲਈ, 3 ਸਾਲ ਲਈ। ਠੀਕ ਹੈ। ਤਾਂ ਕਿ ਜਦੋਂ ਕਈ ਵਾਰੀ ਲੰਬਾ ਚਿਰ ਕੋਈ ਬੰਦਾ ਬਹਿ ਜਾਵੇ ਨਾ, ਤਾਂ ਉਹ ਪ੍ਰੋਬਲਮ ਕਈ ਵਾਰੀ ਕ੍ਰੀਏਟ ਕਰਦਾ ਹੈਗਾ। ਹਾਂਜੀ। ਤੁਸੀਂ 2 ਸਾਲ ਇੱਕ ਨੂੰ ਜ਼ਮੀਨ ਦੇ ਦਿਓ, 2 ਸਾਲ 3 ਸਾਲ ਬਾਉਣ ਨੂੰ, ਫਿਰ ਕਿਸੇ 2 ਸਾਲ 3 ਸਾਲ ਇੱਕ ਨੂੰ ਦੇ ਦਿਓ। ਇੱਦਾਂ ਜੇ ਚੱਲਦਾ ਰਹੇ ਤਾਂ ਠੀਕ ਰਹਿੰਦਾ ਹੈਗਾ। ਅਤੇ ਜਿਹੜਾ ਹੈਗਾ ਤੁਸੀਂ ਠੇਕਾ ਤੋਂ ਲੈਣਾ, ਜਿਹੜਾ ਠੇਕਾ ਕਦੇ ਵੀ ਮੇਰੇ ਹਿਸਾਬ ਨਾਲ ਤੁਸੀਂ ਕੈਸ਼ ਨਾ ਲਓ। ਤੁਸੀਂ ਉਹਨਾਂ ਨੂੰ ਕਹੋ ਕਿ ਮੇਰੀ ਕਾਪੀ 'ਚ ਉੱਥੇ ਬੈਂਕ 'ਚ ਤੁਸੀਂ ਰੱਖੋ। ਹਾਂਜੀ। ਹਾਂਜੀ। ਅਤੇ ਜਾਂ ਚੈੱਕ ਰਾਹੀਂ, ਜਾਂ ਉਹ ਆਪਣੇ ਬੈਂਕ 'ਚ ਜਾ ਕੇ, ਜਾਂ ਤੁਹਾਨੂੰ ਉਹ ਜੇ ਤੁਸੀਂ ਕੈਸ਼ ਵੀ ਲਈ ਆ ਅਤੇ ਤੁਸੀਂ ਰਸੀਦ ਜਿਹੜੀ ਹੈ ਸਾਈਨ ਉਹਨਾਂ ਤੋਂ ਕਰਵਾਇਆ ਜਾਵੇ। ਅੱਛਾ, ਮੁੜ ਕੇ ਮੈਂ ਬੇਸਿਕ ਸਵਾਲ 'ਤੇ ਆਉਣਾ ਕਿ ਐਕਚੁਅਲੀ ਤੁਸੀਂ ਆਫਿਸ ਫਰਕ, ਮੈਂ ਤੁਹਾਡੇ ਕੋਲ ਜਾਂਦਾ ਜੀ, ਤੁਸੀਂ ਜਿਹੜੀਆਂ ਸੇਵਾਵਾਂ ਜ਼ਮੀਨ ਨੂੰ ਲੈ ਕੇ ਜਾਂ ਇਹਨਾਂ ਲੋਨ ਲੈ ਕੇ ਕਿਹੜੀਆਂ ਸੇਵਾਵਾਂ ਤੁਸੀਂ ਦਿੰਦੇ ਆ? ਇਹ ਤੋਂ ਇਲਾਵਾ ਹੋਰ ਕੀ? ਨਹੀਂ, ਇਹ ਇੱਕ ਤਾਂ ਜ਼ਮੀਨ ਦਾ ਹੋ ਗਿਆ, ਦੂਸਰਾ ਟਰੋਨੀ ਪਾਵਰ ਹੋ ਗਈ। ਹਾਂਜੀ। ਹੋਰ ਕਿਹੜੀ? ਹੋਰ ਜਿਹੜਾ ਹੈਗਾ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਇਮੀਗ੍ਰੇਸ਼ਨ ਦਾ ਹੈਗਾ, ਇਹਦੇ ਵਿੱਚ ਇਮੀਗ੍ਰੇਸ਼ਨ ਦੇ ਬਾਅਦ ਆਪਾਂ ਗੱਲ ਕਰਦੇ ਹਾਂ। ਅੱਛਾ। ਪਹਿਲੇ ਇੰਡੀਅਨ ਲੋਅ ਨੂੰ ਆਪਾਂ ਕਿੱਦਾਂ, ਹਾਊ ਕੈਨ ਬੀ ਹੈਲਪਫੁਲ ਟੂ ਅਦਰ ਪੀਪਲ? ਓਕੇ, ਠੀਕ ਹੈ ਜੀ। ਅਸੀਂ ਕਿੱਦਾਂ ਹੈਲਪ ਕਰਦੇ ਹਾਂ? ਜੇ ਕੋਈ ਸਾਡੇ ਕੋਲ ਆਉਂਦਾ ਹੈਗਾ, ਪਹਿਲਾਂ ਅਸੀਂ ਉਹਨਾਂ ਦਾ ਮਸਲਾ ਪੂਰਾ ਧਿਆਨ ਨਾਲ ਸੁਣ ਲਈਦਾ ਹੈਗਾ। ਹਾਂਜੀ। ਠੀਕ ਆ। ਅਤੇ ਮਸਲੇ ਤੋਂ ਬਾਅਦ ਅਸੀਂ ਦੇਖ ਲਈਦਾ ਹੈਗਾ ਕਿ ਇਹਨਾਂ 'ਤੇ ਕਿਹੜੀ ਚੀਜ਼ ਜਿਹੜੀ ਹੈਗੀ ਲਾਗੂ ਹੋ ਰਹੀ ਆ। ਫਿਰ ਉਸ ਤਰੀਕੇ ਨਾਲ ਅਸੀਂ ਪੇਪਰ ਤਿਆਰ ਕਰ ਲਈਦੇ ਹੈਗੇ ਆ ਇੱਥੋਂ। ਜੇ ਕੋਈ ਪਾਵਰ ਟੋਰਨੀ ਬਣਾਉਣੀ ਆ, ਕਿਸੇ ਨੂੰ ਪਾਵਰ ਟੋਰਨੀ ਦੇਣੀ ਵੀ ਆ, ਅਤੇ ਉਸ ਤਰੀਕੇ ਨਾਲ ਅਸੀਂ ਪਾਵਰ ਟੋਰਨੀ ਤਿਆਰ ਕਰਕੇ ਫਿਰ ਸਾਡੇ ਕੋਲ ਉੱਥੇ ਜਿਹੜੇ ਹੈਗੇ ਆ ਸਾਡੇ ਜਿਹੜੇ ਉੱਥੇ ਲੀਗਲ ਜਿਹੜੇ ਲਾਇਰ ਆ ਜਾਂ ਕੋਈ ਐਡਵਾਈਜ਼ਰ ਆ, ਅਸੀਂ ਉਹਨਾਂ ਨਾਲ ਗੱਲ ਕਰਕੇ ਫਿਰ ਅਸੀਂ ਕੇਸ ਉਹਨਾਂ ਦਾ ਜੋ ਕੇਸ ਫਾਈਲ ਕਰਨਾ ਹੈਗਾ। ਇੱਥੇ ਇਹ ਆ ਕਿ ਕਈ ਵਾਰੀ ਤੁਹਾਨੂੰ ਜੇ ਤੁਸੀਂ ਉੱਥੇ ਵਕੀਲ ਕੋਈ ਕਰਦੇ ਆ, ਕਈ ਵਾਰੀ ਤੁਹਾਨੂੰ ਵਕੀਲ ਦੱਸਦੇ ਨਹੀਂ ਕਿ ਤਰੀਕ ਕਿੰਨੀ ਪੈ ਗਈ ਆ, ਕਿਹੜੇ ਹੈਗੇ ਆ। ਪਰ ਸਾਡੇ ਇਹ ਆ ਕਿ ਅਸੀਂ ਜਿਹੜੇ ਵਕੀਲ ਸਾਡੇ ਕੋਲ ਹੈਗੇ ਆ, ਉਹ ਸਾਨੂੰ ਨਾਲ ਦੀ ਨਾਲ ਦੱਸਦੇ ਰਹਿੰਦੇ ਕਿ ਵੀ ਤੁਹਾਡਾ ਕੇਸ ਜਿਹੜਾ ਹੈਗਾ ਉਹ ਇਸ ਸਟੇਜ 'ਤੇ ਪਹੁੰਚ ਗਿਆ, ਹੁਣ ਸੰਮਨ ਹੋ ਗਏ ਆ, ਹੁਣ ਕੇਸ ਗਵਾਹੀਆਂ 'ਤੇ ਆ ਗਿਆ ਹੈਗਾ, ਜਾਂ ਕੋਈ ਵੀ ਮਸਲਾ ਹੈਗਾ ਇੱਥੇ ਇੱਕ ਆ ਹੈਗਾ। ਫਿਰ ਅਸੀਂ ਅੱਗੇ ਉਹਨਾਂ ਨੂੰ ਦੱਸ ਦਿੰਦੇ ਕਿ ਵੀ ਤੁਹਾਡਾ ਹੁਣ ਇੱਥੇ ਇੱਕ ਮਸਲਾ ਪਹੁੰਚ ਗਿਆ ਹੈਗਾ। ਅੱਛਾ, ਤੁਸੀਂ ਇਹ ਸੇਵਾਵਾਂ ਪੇਸ਼ ਕਰਨ ਲਈ ਜੇ ਕਿਸੇ ਨੇ ਤੁਹਾਨੂੰ ਅਪਰੋਚ ਕਰਨੀ ਹੋਵੇ ਤਾਂ ਪਹੁੰਚ ਕਰਨੀ, ਉਹ ਕਿੱਦਾਂ ਕਰੇ? ਕਿੱਥੇ ਤੁਸੀਂ ਹੁੰਦੇ ਆ, ਦੱਸ ਸਕਦੇ ਆ? ਹਾਂਜੀ ਜੀ। ਮੈਂ ਊਧਮ ਸਿੰਘ ਸੈਂਟਰ, ਜਿਹੜਾ ਸੋਹੋ ਰੋਡ 'ਤੇ ਊਧਮ ਸਿੰਘ ਸੈਂਟਰ, ਮੈਂ ਉੱਥੇ ਹੁੰਦਾ। ਬਰਮਿੰਘਮ? ਹਾਂਜੀ, ਬਰਮਿੰਘਮ। ਮੈਂ ਉੱਥੇ 10 ਤੋਂ ਲੈ ਕੇ 6 ਵਜੇ ਤਾਈਂ ਉੱਥੇ ਹੁੰਦਾ, ਮੰਡੇ ਟੂ ਫਰਾਈਡੇ। ਅਤੇ ਸੈਟਰਡੇ ਜਿਹੜਾ ਹੈਗਾ ਉਹ 11 ਤੋਂ ਲੈ ਕੇ
4 ਵਜੇ ਤਾਈਂ ਉੱਥੇ ਹੋਈਦਾ ਹੈਗਾ। ਇਹ ਤੁਹਾਡਾ ਇੰਪਾਵਰਮੈਂਟ ਸਿਸਟਮ ਆ? ਹਾਂਜੀ ਹਾਂਜੀ। ਅਤੇ ਜੇ ਕਿਸੇ ਨੇ ਆਉਣਾ ਹੋਵੇ ਤਾਂ ਸਾਡੇ ਕੋਲ ਅਪੋਇੰਟਮੈਂਟ ਲੈ ਕੇ ਉਹ ਆ ਸਕਦਾ ਹੈਗਾ। ਅਤੇ ਸਾਡੀ ਜਿਹੜੀ ਹੈਗੀ ਕੋਈ ਵੀ ਸਲਾਹ ਜਿਹੜੀ ਲੈਣੀ ਆ ਉਹ ਅਸੀਂ ਕੋਈ ਚਾਰਜ ਨਹੀਂ ਕਰਦੇ। ਅੱਛਾ, ਜਿਹੜੇ ਆਹ ਜਿੰਨੇ ਵੀ ਮਸਲੇ ਹੈਗੇ ਆ, ਹਾਂਜੀ, ਇਹ ਤੁਸੀਂ ਫ੍ਰੀ ਆਫ ਚਾਰਜ ਕਰਦੇ ਆ ਜਾਂ? ਅਸੀਂ ਮਤਲਬ ਸਲਾਹ ਦੀ ਕੋਈ ਅਸੀਂ ਚਾਰਜ, ਜੇ ਕਿਸੇ ਨੇ ਸਲਾਹ ਲੈਣੀ ਹੋਵੇ ਕਿਸੇ ਨੇ, ਅਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਕਾਗਜ਼ ਦੇਖ ਕੇ ਅਤੇ ਅਸੀਂ ਉਹਦਾ ਕੋਈ ਸਾਡਾ ਅਸੀਂ ਮਤਲਬ ਜੇ ਤੁਹਾਨੂੰ ਪ੍ਰੋਸੀਡਿੰਗ, ਹਾਂ, ਜੇ ਅੱਗੇ ਪ੍ਰੋਸੀਡਿੰਗ ਕਰਨੀ ਆ, ਅੱਗੇ ਕੇਸ ਚਲਾਉਣਾ, ਫਿਰ ਉਹਦਾ ਜਿਹੜਾ ਕੇਸ ਦੇ ਮੁਤਾਬਕ ਅਸੀਂ ਚਾਰਜ ਕਰਦੇ ਹਾਂ। ਠੀਕ ਹੈ। ਉਹਦੇ ਵਿੱਚ ਕੁਛ ਇੱਦਾਂ ਕੰਸੈਸ਼ਨ ਹੁੰਦੀ ਆ, ਜਿੱਦਾਂ ਤੁਸੀਂ ਹੁਣ ਜਿਹੜਾ ਸ਼ਹੀਦ ਊਧਮ ਸਿੰਘ ਸੈਂਟਰ ਆ ਜੀ, ਉਹ ਇੱਕ ਲੋਕ ਸੇਵਾ ਸੈਂਟਰ ਹੋਇਆ ਜੀ, ਉੱਥੇ ਬਹੁਤ ਸਾਰੀਆਂ ਸੇਵਾਵਾਂ ਕਮਿਊਨਿਟੀ ਲਈ ਕੀਤੀਆਂ ਜਾਂਦੀਆਂ। ਹਾਂਜੀ। ਤੇ ਉਹਦੇ ਕਰਕੇ ਥੋੜੀ ਬਹੁਤ ਬਾਕੀਆਂ ਵਕੀਲਾਂ ਨੂੰ ਇਹ ਚੀਪ ਹੋਊਗਾ ਜਾਂ ਕਿੱਦਾਂ, ਜਾਂ ਆਮ ਵਕੀਲਾਂ ਵਾਲਾ ਰੇਟ ਆ ਜਿਹੜਾ ਹੈਗਾ? ਕਿਉਂਕਿ ਦੇਖੋ, ਜਿਹੜਾ ਇੰਡੀਆ ਦਾ ਜਿਹੜਾ ਮਸਲਾ ਕੋਈ ਸਾਡੇ ਕੋਲ ਆਉਂਦਾ, ਜਿਹਨੇ ਕੇਸ ਦੀ ਗੱਲਬਾਤ ਕਰਨੀ ਆ ਜਾਂ ਆਪਣੇ ਫਰਦਾਂ ਦਿਖਾਉਣੀਆਂ ਹੈਗੀਆਂ ਜਾਂ ਕੋਈ ਵੀ, ਤੁਹਾਨੂੰ 40 ਮਿੰਟ ਜਾਂ ਇੱਕ ਘੰਟਾ ਵੀ ਕਈ ਵਾਰੀ ਤੁਹਾਨੂੰ ਉਹਨਾਂ ਨਾਲ ਬਹਿਣਾ ਪੈਂਦਾ, ਉਹਨਾਂ ਦੀ ਗੱਲ ਸੁਣਨੀ ਪੈਂਦੀ ਆ, ਫਿਰ ਉਹਨਾਂ ਦੇ ਕਾਗਜ਼ ਦੇਖਣੇ ਪੈਂਦੇ ਆ। ਅਤੇ ਜੇ ਕਿਸੇ ਨੂੰ 1 ਘੰਟਾ ਜਾਂ 40 ਮਿੰਟ ਤੁਸੀਂ ਕਿਸੇ ਨੂੰ ਸਹੀ ਸਲਾਹ ਦੇ ਦਿਓ, ਉਹ ਜਿਹੜਾ ਹੈਗਾ ਉਹ ਜਿਹੜੀ ਚੀਜ਼ ਆ ਉਹ ਹੋਰ ਕਿਤੇ ਨਹੀਂ ਹੈਗੀ, ਜਿਹੜੀ ਉੱਥੇ ਸਾਡੇ ਸੈਂਟਰ 'ਚ ਹੈਗੀ ਆ। ਠੀਕ ਹੈ। ਹਾਂਜੀ, ਤੁਸੀਂ ਇਹ ਇੰਡੀਅਨ ਲੋਅ ਦੇ ਮੁਤਾਲਕ ਅਗਰ ਤੁਸੀਂ ਹੋਰ ਕੋਈ ਗੱਲ ਕਰਨੀ ਚਾਹੋ ਜਿਹੜੀ ਕਿ ਮੈਂ ਸ਼ਾਇਦ ਕੋਈ ਨਾ ਪੁੱਛੀ ਹੋਵੇ? ਠੀਕ ਹੈ ਜੀ। ਇਹਦੇ ਵਿੱਚ ਜਿਹੜੀ ਹੋਰ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਕਿ ਇਹ ਤੋਂ ਇਲਾਵਾ ਹੋਰ ਕੀ ਸਰਵਿਸ ਪ੍ਰੋਵਾਈਡ ਕਰਦੇ ਆ। ਇੱਕ ਤਾਂ ਅਸੀਂ ਜਿਹੜੇ ਹੈਗੇ ਆ, ਜਿਹੜੇ ਸਾਡੇ ਕੋਲ ਜਿਹਨੂੰ ਕਹਿੰਦੇ ਆ ਸਿਟੀਜ਼ਨਸ਼ਿਪ ਕੋਰਸਿਸ, ਹਾਂਜੀ, ਅਸੀਂ ਉਹ ਦਿੰਦੇ ਹਾਂ। ਸਿਟੀਜ਼ਨਸ਼ਿਪ ਕੋਰਸਿਸ ਵਿੱਚ ਜੇ ਕੋਈ ਐਜ਼ ਏ ਪਾਰਟਨਰ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ, ਨਾਨ EU ਕੰਟਰੀ ਤੋਂ ਆਉਂਦਾ ਹੈਗਾ, ਅਤੇ ਅਸੀਂ ਉਹਨਾਂ ਨੂੰ ਜਦੋਂ ਉਹ ਆਪਣਾ ਵੀਜ਼ਾ ਵਧਾਉਂਦੇ ਆ ਅਤੇ ਉਹਨਾਂ ਨੂੰ ਜਿਹੜੇ ਕੋਰਸ ਕਰਨੇ ਪੈਂਦੇ ਆ, ਜਾਂ ਉਹਨਾਂ ਨੇ ਜਦੋਂ ਪੱਕੇ ਹੋਣੇ ਆ ਉਦੋਂ ਕੋਰਸ ਕਰਨੇ ਪੈਂਦੇ ਆ, ਜਾਂ ਜਦੋਂ ਬ੍ਰਿਟਿਸ਼ ਨੈਸ਼ਨੈਲਿਟੀ ਲੈਣੀ ਆ ਜਿਹੜੇ ਉਦੋਂ ਕੋਰਸ ਕਰਨੇ ਪੈਣੇ, ਉਹ ਅਸੀਂ ਕੋਰਸ ਉੱਥੇ ਸੈਂਟਰ 'ਚ ਹੀ ਸਾਡੇ ਕਰਵਾਏ ਜਾਂਦੇ ਆ। ਅਤੇ ਉਹਨਾਂ ਦੇ ਚਾਰਜਿਸ? ਹਾਂ, ਉਹਦੇ ਚਾਰਜਿਸ ਹੈਗੇ ਆ ਜੀ। ਹਾਂਜੀ, ਉਹਦੇ ਜਿਹੜੇ ਹੈਗੇ ਆ, ਮੈਂ ਉਹਦਾ ਤੁਹਾਨੂੰ ਚਾਰਜਿਸ ਦੀ ਤਾਂ ਆਪਾਂ ਨਹੀਂ ਹਜੇ ਗੱਲ ਚਾਰਜ ਨਾ ਦੱਸੋ। ਹਾਂਜੀ, ਪਰ ਜਿਹੜੇ ਹੈਗੇ ਆ, ਇੱਕ ਕੋਰਸ ਜਿਹੜਾ A2 ਕੋਰਸ ਆ, ਜਿਹੜਾ ਇੰਗਲਿਸ਼ ਦਾ ਕੋਰਸ, ਜਦੋਂ ਤੁਸੀਂ ਪਹਿਲੀ ਵਾਰੀ ਵੀਜ਼ਾ ਐਕਸਟੈਂਡ ਕਰਨਾ ਤਾਂ ਤੁਹਾਨੂੰ ਉਹ ਕੋਰਸ ਕਰਨਾ ਪੈਣਾ। ਜਦੋਂ ਤੁਸੀਂ ਇੱਥੇ ਪੱਕੇ ਹੋਣਾ ਹੈਗਾ ਤਾਂ ਤੁਹਾਨੂੰ ਜਿਹੜਾ ਇੰਗਲਿਸ਼ ਕੋਰਸ B1 ਅਤੇ ਲਾਈਫ ਇਨ ਦਾ UK ਕੋਰਸ ਕਰਨਾ ਪੈਂਦਾ ਹੈਗਾ, ਅਤੇ ਬ੍ਰਿਟਿਸ਼ ਨੈਸ਼ਨੈਲਿਟੀ ਲਈ ਵੀ ਤੁਹਾਨੂੰ B1 ਅਤੇ ਲਾਈਫ ਇਨ ਦਾ UK ਕੋਰਸ ਕਰਨਾ ਪੈਂਦਾ। ਉਹਦੇ ਸਾਡੇ ਉੱਥੇ ਕਲਾਸਿਸ ਚੱਲਦੀਆਂ ਹੈਗੀਆਂ। ਅੱਛਾ, ਆਮ ਲੋਕਾਂ ਦਾ ਜਿਹੜੇ ਤੁਸੀਂ ਮਸਲੇ ਦੀ ਗੱਲ ਕੀਤੀ ਹੈ, ਦੁਕਾਨਾਂ ਦੀ ਗੱਲ ਕਰ ਲਓ, ਮਤਲਬ ਇੰਡੀਆ ਦੀ ਪ੍ਰੋਪਰਟੀ ਜੀ ਦੀ ਗੱਲ ਕਰੀਏ, ਜੇ ਵੇਚਣੀ ਹੋਵੇ ਜਾਂ ਛਡਾਉਣੀ ਹੋਵੇ, ਇਹ ਬਹੁਤ ਵੱਡੇ ਮਸਲੇ ਆ ਸਾਡੇ। ਬਿਲਕੁਲ, ਇਹ ਤਾਂ ਹੈ। ਜਨਰਲ ਤੌਰ 'ਤੇ ਤੁਸੀਂ ਕੀ ਸਲਾਹ ਦਿਓਗੇ ਵੀ ਜੇ ਲੋਕ ਵਕੀਲਾਂ ਤੋਂ ਬਚ ਸਕਣ, ਜੇ ਉਹਦਾ ਮਸਲਾ ਕੋਈ ਹੱਲ ਹੋ ਜਾਵੇ ਤਾਂ? ਹਾਂਜੀ, ਕੀ ਐਡਵਾਈਸ ਐਜ਼ ਵਕੀਲ ਹੋਣ ਦੇ ਨਾਤੇ ਤੁਸੀਂ ਕੀ ਸਲਾਹ ਦਿਓਗੇ ਲੋਕਾਂ ਨੂੰ? ਠੀਕ ਹੈ ਜੀ। ਇਹਦੇ ਵਿੱਚ ਇਹ ਹੈ ਕਿ ਦੇਖੋ, ਹਰੇਕ ਦੀ ਇੱਥੇ ਕੋਈ ਨਾ ਕੋਈ ਕਿਸੇ ਦਾ ਜਾਂ ਤਾਂ ਦੁਕਾਨਾਂ ਹੈ, ਕਿਸੇ ਕੋਲ ਘਰ ਤਾਂ ਹੁੰਦਾ ਹੀ ਹੈ ਸਾਰਿਆਂ ਕੋਲ ਆਪਣੇ ਕੋਲ, ਜਾਂ ਜਿਹੜਾ ਹੈਗਾ ਜ਼ਮੀਨਾਂ ਹੈਗੀਆਂ। ਜਿਹੜਾ ਮੇਰੀ ਹੈਗੀ, ਤੁਸੀਂ ਮੂੰਹ ਜ਼ਬਾਨੀ ਕਦੇ ਵੀ ਵਰਬਲੀ ਜਿਹੜੀ ਹੈਗੀ ਆ, ਤੁਸੀਂ ਅਗਲੇ ਨਾਲ ਕੋਈ ਵੀ ਐਗਰੀਮੈਂਟ ਨਾ ਕਰੋ। ਠੀਕ, ਜੋ ਵੀ ਤੁਸੀਂ ਕਰਨਾ ਹੈਗਾ ਉਹ ਤੁਸੀਂ ਤੁਹਾਡੇ ਕੋਲ ਲਿਖਤ ਪੱਤਰ ਹੋਣੀ ਚਾਹੀਦੀ ਹੈ। ਅਤੇ ਦੂਜਾ ਹੈਗਾ, ਜਿਹੜਾ ਪੈਸੇ ਦਾ ਲੈਣ ਦੇਣਾ, ਉਹ ਵੀ ਤੁਸੀਂ ਕੈਸ਼ ਨਾ ਕਰੋ। ਤੁਸੀਂ ਹਮੇਸ਼ਾ ਮਤਲਬ ਬੈਂਕ ਦੇ ਰਾਹੀਂ ਜਾਂ ਪੈਸੇ ਟ੍ਰਾਂਸਫਰ ਜਿਹੜੇ ਕਰਨੇ ਆ, ਉਹ ਅੱਜ ਕੱਲ੍ਹ ਐਪਸ ਵਗੈਰਾ ਹੈਗੀਆਂ ਜਿਹੜੀਆਂ ਆਫੀਸ਼ੀਅਲ ਕੰਮ ਕਰੋ, ਆਫੀਸ਼ੀਅਲੀ ਜਿਹੜੇ ਹੈਗੇ ਆ, ਉਹ ਉਸ ਤਰੀਕੇ ਨਾਲ, ਤਾਂ ਕਿ ਇਹ ਨਾਲ ਤੁਸੀਂ ਵੀ ਸੇਫ ਆ, ਜਿਹੜਾ ਤੁਹਾਨੂੰ ਪੈਸੇ ਜਿਹੜਾ ਦਿੰਦਾ ਹੈਗਾ ਉਹਲੀ ਵੀ ਉਹ ਠੀਕ ਹੈ ਗੱਲ। ਅਤੇ ਇਹ ਆ। ਅਤੇ ਜਿੱਦਾਂ ਮੈਂ ਤੁਹਾਨੂੰ ਹੁਣ ਗੱਲ ਕਹੀ ਕਿ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ, ਉਹ ਤੁਸੀਂ ਇੱਕ ਬੰਦੇ ਨੂੰ ਹੀ ਹਮੇਸ਼ਾ ਨਾ ਦਿਓ, ਕਿਉਂਕਿ ਪਿੱਛੇ ਜਿਹਾ ਕਾਨੂੰਨ ਆਇਆ ਸੀ ਕਿ ਜਿਸ ਬੰਦੇ ਨੇ 12 ਸਾਲ ਲਗਾਤਾਰ ਇੱਕ ਜ਼ਮੀਨ ਵਾਹ ਲਈ, ਅਤੇ ਉਹ 12 ਸਾਲ ਉਸ ਜਿਹੜਾ ਬੰਦਾ ਮਾਲਕ ਆ ਉਹਨੇ ਕਦੇ ਪੁੱਛਿਆ ਹੀ ਨਹੀਂ, ਤਾਂ ਉਹ ਆਟੋਮੈਟਿਕਲੀ ਬੰਦਾ ਸਟਬਨ ਹੋ ਜਾਊਗਾ, ਉਹ ਨਹੀਂ ਮਾਲਕ ਬਣ ਜਾਊਗਾ। ਅੱਛਾ, ਮਾਲਕ ਬਣ ਸਕਦਾ। ਹਾਂਜੀ, ਇਹ ਜਿਹੜਾ ਹੈਗਾ ਕਾਨੂੰਨ ਪਿੱਛੇ ਜਿਹਾ ਸੁਪਰੀਮ ਕੋਰਟ ਨੇ ਇਹ ਕਾਨੂੰਨ ਦਿੱਤਾ ਕਿ ਜਿਹੜਾ ਬੰਦਾ 12 ਸਾਲ ਤੇ ਉਹ ਬੰਦਾ ਕਲਟੀਵੇਟਰ ਆ, ਜ਼ਮੀਨ ਵਾਹੁੰਦਾ ਹੈਗਾ, ਮਾਲਕ ਨੇ ਆ ਕੇ ਪੁੱਛਿਆ ਵੀ ਨਹੀਂ, ਮਾਲਕ ਨੂੰ ਪਤਾ ਵੀ ਨਹੀਂ, ਕਿਉਂਕਿ ਕਈ ਅੱਜ ਆਪਣੇ ਹੁਣ ਇੱਥੇ ਇੰਗਲੈਂਡ ਵਿੱਚ ਚੌਥੀ ਪੀੜ੍ਹੀ ਆ ਗਈ ਹੈ, ਕਈਆਂ ਨੂੰ ਪਤਾ ਹੀ ਨਹੀਂ ਕਿ ਸਾਡੀ ਜ਼ਮੀਨ ਵੀ ਉੱਥੇ ਪਈ ਆ।
ਹੈ ਨਾ। ਅਤੇ ਜੇ ਤੁਸੀਂ ਆਪਾਂ ਉੱਥੇ ਕੋਈ ਬੰਦਾ ਬਾਹਰ ਹੈਗਾ 12 ਸਾਲ ਤੱਕ, ਜੇ ਉਹ ਸ਼ੋਅ ਕਰ ਦੇਵੇ ਕਿ ਹਾਂ ਵੀ ਮੈਂ ਤਾਂ 12 ਸਾਲ ਐਜ਼ ਏ ਕਲਟੀਵੇਟਰ ਬਾਹਰ ਆ ਇੱਥੇ, ਠੀਕ ਆ, ਮੈਂ ਅਤੇ ਉਹ ਕੇਸ ਪਾ ਕੇ ਉਹ ਮਾਲਕ ਬਣ ਸਕਦਾ ਹੈ। ਠੀਕ ਆ, ਇਹ ਸੀ ਕੁਛ ਬੇਸਿਕ ਜਾਣਕਾਰੀ ਜ਼ਮੀਨਾਂ ਜਾਂ ਦੁਕਾਨਾਂ ਜਾਂ ਇੰਡੀਆ ਜਿਹੜੀ ਪ੍ਰੋਪਰਟੀ ਉਹਨਾਂ ਨਾਲ ਉਹਦੇ ਨਾਲ ਸੰਬੰਧਿਤ। ਜਿੱਦਾਂ ਮੈਂ ਸ਼ੁਰੂ 'ਚ ਕਿਹਾ, ਵਿਚਾਲੇ ਵੀ ਗੱਲ ਕਹੀ ਸੀ ਕਿ ਬੰਦਾ ਕੋਈ ਵੀ ਕਿਸੇ ਵੀ ਪ੍ਰੋਫੈਸ਼ਨ 'ਚ ਹੋਵੇ, ਜਦੋਂ ਉਹ ਮੀਡੀਆ 'ਚ ਗੱਲ ਕਰਦਾ ਤਾਂ ਉਹ ਬੇਸਿਕ ਗੱਲ ਹੁੰਦੀ ਆ। ਲੇਕਿਨ ਤੁਹਾਨੂੰ ਕਿਸੇ ਤਰ੍ਹਾਂ ਦਾ ਮਸਲਾ ਹੋਵੇ ਤਾਂ ਤੁਸੀਂ ਜਗਰੂਪ ਸਿੰਘ ਹੁਣਾਂ ਨੂੰ ਮਿਲ ਸਕਦੇ ਜਾ ਕੇ। ਇਹਨਾਂ ਤੋਂ ਸਲਾਹ ਮਸ਼ਵਰਾ ਜਿਹੜਾ ਉਹ ਫ੍ਰੀ ਆਫ ਚਾਰਜ ਕਰਦੇ ਆ। ਜੇ ਤੁਹਾਡੇ ਮਸਲੇ ਬਾਰੇ ਕੁਛ ਪੈਸੇ ਦੀ ਵੀ ਗੱਲ ਹੈਗੀ ਆ, ਜੇ ਕੁਛ ਥੋੜ੍ਹੇ ਬਹੁਤ ਦੇ ਕੇ ਇਹਨਾਂ ਨੂੰ ਤੁਹਾਡਾ ਮਸਲਾ ਹੱਲ ਹੁੰਦਾ ਲੀਗਲ ਤੌਰ 'ਤੇ ਵੀ, ਤਾਂ ਵੀ ਤੁਸੀਂ ਮਿਲ ਕੇ ਇਹਨਾਂ ਨੂੰ ਇਸ ਨੂੰ ਦੱਸ ਸਕਦੇ ਵੀ ਕਿੰਨਾ ਕੁ ਖਰਚਾ ਹੋਊਗਾ ਜਾਂ ਕਿੰਨਾ ਕੁ ਸੀਰੀਅਸ ਮਸਲਾ ਤੁਹਾਡਾ। ਕਿਉਂਕਿ ਐਕਚੁਅਲੀ ਜਿਹੜੀ ਗੱਲ ਹੈਗੀ ਆ, ਅਸੀਂ ਲੋਕ ਇੱਥੇ ਆਏ ਹਾਂ, ਅਸੀਂ ਇੱਥੋਂ ਬੜੀ ਕੋਸ਼ਿਸ਼ ਕਰਕੇ ਆਪਣੀਆਂ ਜਾਇਦਾਦਾਂ, ਮਕਾਨ, ਦੁਕਾਨਾਂ ਬਣਾਈਆਂ। ਇਹ ਉਮੀਦ ਸੀਗੀ ਵੀ ਅਸੀਂ ਜਾਵਾਂਗੇ, ਸਾਡੇ ਕੋਲ 4 ਪੈਸੇ ਉੱਥੇ ਆਉਂਦੇ ਰਹਿਣਗੇ, ਸਿਆਣੇ ਹੋ ਕੇ ਸਾਨੂੰ ਦਿਹਾੜੀ ਦਾ ਪਾ ਨਾ ਕਰਨਾ ਪਊਗਾ। ਲੇਕਿਨ ਇਹ ਨਹੀਂ ਸੀ ਪਤਾ ਕਿ ਵੀ ਸਾਨੂੰ ਇੰਨਾ ਐਜੂਕੇਟ ਹੋਣ ਦੀ ਲੋੜ ਆ ਆਪਣੀ ਪ੍ਰੋਪਰਟੀ ਬਾਰੇ। ਕਿਉਂਕਿ ਜਿਉਂ-ਜਿਉਂ ਉਮਰ ਵੱਧਦੀ ਆ, ਉੱਦਾਂ ਐਜੂਕੇਸ਼ਨ ਦੀ ਜ਼ਿਆਦਾ ਲੋੜ ਮਹਿਸੂਸ ਹੋਣ ਲੱਗ ਪਈ। ਦਿਲ ਕਰਦਾ ਮੁੜ ਕੇ ਫੇਰ ਜਾਈਏ ਸਕੂਲ, ਕਾਲਜ, ਯੂਨੀਵਰਸਿਟੀ, ਤਾਂ ਕਿ ਜਿਹੜਾ ਜਿੰਨੀ ਕੰਪਲੀਕੇਸ਼ਨਸ ਹੈਗੀ ਆ ਮਸਲਿਆਂ ਦੇ ਵਿੱਚ ਆਪਾਂ ਜਾਣਕਾਰੀ ਪ੍ਰਾਪਤ ਕਰ ਸਕੀਏ। ਆਪਾਂ ਹੁਣ ਨਹੀਂ ਕਰ ਸਕਦੇ। ਇਸ ਕਰਕੇ ਸਾਨੂੰ ਜਿਹੜੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਲੋਕ ਆ, ਵਕੀਲ ਆ ਜਾਂ ਹੋਰ ਆਪਣੇ ਕੰਮ ਵਿੱਚ ਮਾਹਰ ਆ, ਉਹਨਾਂ ਦੀ ਮਦਦ ਲੈਣੀ ਪੈਂਦੀ ਆ। ਅਤੇ ਜਿੱਦਾਂ ਸੰਗਰੂਪ ਸਿੰਘ ਉਹਨਾਂ ਨੇ ਬਹੁਤ ਸਿੰਪਲ ਜਿਹੀ ਗੱਲ ਦੱਸੀ ਆ ਕਿ ਜਿਹੜੀ ਤੁਸੀਂ ਕੋਈ ਵੀ ਕੰਮ ਕਰਦੇ ਆ, ਉਹਦਾ ਤੁਸੀਂ ਲਿਖਤ ਪੜ੍ਹਤ ਜ਼ਰੂਰ ਕੋਲ ਰੱਖੋ। ਕਿਸੇ ਨਾਲ ਲੈਣ ਦੇਣ ਕੀਤਾ, ਤੁਹਾਡੇ ਕੋਲ ਪੇਪਰ ਵਰਕ ਹੋਵੇ, ਜਾਂ ਤੁਸੀਂ ਜ਼ਮੀਨ ਕਿਸੇ ਨੂੰ ਦਿੱਤੀ ਆ, ਦੁਕਾਨ ਦਿੱਤੀ ਆ, ਉਹਦਾ ਪੇਪਰ ਵਰਕ ਹੋਵੇ, ਕੰਟਰੈਕਟ ਪ੍ਰੋਪਰ ਹੋਵੇ। ਲੰਬਾ ਕੰਟਰੈਕਟ ਨਾ ਕਰੋ, ਸਾਲ ਬਾਅਦ 2 ਸਾਲ ਬਾਅਦ ਕਰਦੇ ਰਹੋ, ਅਤੇ ਤੁਹਾਡੇ ਲਈ ਵੀ ਸੌਖਾ ਹੋਊਗਾ ਔਰ ਲੀਗਲ ਸਿਸਟਮ ਨੂੰ ਵੀ ਤੁਹਾਨੂੰ ਜਸਟਿਸ ਕਰਨਾ ਸੌਖੀ ਹੋਊਗੀ। ਹੁਣ ਆਪਾਂ ਚੱਲਦੇ ਅਗਲੇ ਮਸਲੇ ਵੱਲ। ਪਹਿਲਾਂ ਤਾਂ ਇਹ ਬੜੀ ਇੱਕ ਹੈਰਾਨੀ ਦੀ ਗੱਲ ਆ ਕਿ ਜਿਹੜਾ ਸਬਜੈਕਟ ਇੱਕ ਤੋਂ ਦੂਜੇ ਵੱਲ ਜਾਣਾ, ਇਹ ਆਪਣੇ ਆਪ ਵਿੱਚ ਬੜੀ ਵਧੀਆ ਹੁਨਰ ਦੀ ਗੱਲ ਮੈਂ ਕਹਿੰਦਾ। ਜਿੱਥੇ ਇਹ ਆਪਾਂ ਜ਼ਮੀਨਾਂ ਦੀ ਗੱਲ ਕਰਦੇ, ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਵੀ ਜਿਹੜੀ ਇਮੀਗ੍ਰੇਸ਼ਨ ਦਾ ਮਸਲਾ ਹੈਗਾ, ਇਹਦੇ ਬਾਰੇ ਥੋੜ੍ਹੀ ਬਹੁਤ ਗੱਲ ਕਰਦੇ ਹਾਂ। ਐਕਚੁਅਲੀ ਜਿਹੜੀ ਇਮੀਗ੍ਰੇਸ਼ਨ ਤੁਸੀਂ ਐਕਸਪਰਟ ਬਣੇ ਇੱਥੇ ਆ ਕੇ, ਤੁਸੀਂ ਕਿਉਂ ਜ਼ਰੂਰੀ ਸਮਝਿਆ ਵੀ ਇਮੀਗ੍ਰੇਸ਼ਨ, ਇਹਨੂੰ ਵੀ ਸਟੱਡੀ ਕੀਤਾ? ਹਾਲਾਂਕਿ ਕਾਨੂੰਨ ਦਾ ਇੱਕ ਪਾਰਟ ਆ, ਲੋਅਰ ਦਾ ਪਾਰਟ ਆ ਜੀ। ਤੁਸੀਂ ਕਿਉਂ ਜ਼ਰੂਰੀ ਸਮਝਿਆ ਵੀ ਇੱਥੇ ਆ ਕੇ ਵਕਾਲਤ ਕਿਉਂ ਨਹੀਂ ਕਰਨੀ ਚਾਹੀਦੀ? ਠੀਕ ਹੈ ਜੀ। ਇਮੀਗ੍ਰੇਸ਼ਨ ਦਾ ਇੱਦਾਂ ਹੈਗਾ ਕਿ ਇੱਕ ਤਾਂ ਤੁਸੀਂ ਤੁਸੀਂ ਜਦੋਂ ਪੜ੍ਹਦੇ ਆ ਕਿਸੇ ਚੀਜ਼ ਨੂੰ, ਕਿਉਂਕਿ ਜਿਹੜਾ ਵੀ ਬੰਦਾ ਇੰਡੀਆ ਤੋਂ ਆਇਆ, ਉਹਨੂੰ ਇਮੀਗ੍ਰੇਸ਼ਨ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੈਗਾ ਇਮੀਗ੍ਰੇਟ ਕਰਕੇ ਜੀ। ਅਤੇ ਦੂਜਾ ਹੈਗਾ ਕਿ ਥੋੜ੍ਹਾ ਸ਼ੌਂਕ ਵੀ ਸੀਗਾ ਕਿ ਪੜ੍ਹਨ ਦਾ, ਅਤੇ ਇਸ ਕਰਕੇ ਮੈਂ ਇਮੀਗ੍ਰੇਸ਼ਨ। ਅੱਛਾ, ਇਮੀਗ੍ਰੇਸ਼ਨ ਦਾ ਤੁਸੀਂ ਕੋਰਸ ਕਰ ਲਿਆ, ਤੁਸੀਂ ਇੱਕ ਐਡਵਾਈਜ਼ਰ ਬਣ ਗਏ, ਤੁਹਾਨੂੰ ਕਿਹੋ ਜਿਹੀਆਂ ਮੁਸ਼ਕਿਲਾਂ ਨੇ? ਹੁਣ ਕਿਹੋ ਜਿਹੇ ਲੋਕ ਤੁਹਾਡੇ ਕੋਲ ਆ ਰਹੇ ਆ? ਠੀਕ ਹੈ ਜੀ। ਸਾਡੇ ਕੋਲ ਹਰੇਕ ਤਰ੍ਹਾਂ ਦਾ ਜਿਹੜੇ ਆਉਂਦੇ ਆ। ਕਿਸੇ ਨੇ ਵਿਆਹ ਕਰਾ ਕੇ ਆਪਣੇ ਪਾਰਟਨਰ ਨੂੰ ਇੰਡੀਆ ਤੋਂ ਸੱਦਣਾ ਹੈਗਾ, ਕਿਸੇ ਨੇ ਇੱਥੇ, ਕਿਉਂਕਿ ਇੱਥੇ ਆ ਕੇ ਤੁਸੀਂ ਇੱਕੋ ਦਮ ਪੱਕੇ ਨਹੀਂ ਹੁੰਦੇ। ਇਹ ਜਿਹੜਾ ਹੈਗਾ ਐਜ਼ ਏ ਪਾਰਟਨਰ ਜਦੋਂ ਤੁਸੀਂ ਆਉਂਦੇ ਆ, ਅਤੇ ਇਹ 5 ਸਾਲ ਬਾਅਦ ਤੁਸੀਂ ਪੱਕੇ ਹੁੰਦੇ ਆ। ਫਿਰ 2.5 ਸਾਲ ਦਾ ਤੁਹਾਨੂੰ ਵੀਜ਼ਾ ਮਿਲਦਾ ਹੈਗਾ। ਜਦੋਂ ਤੁਸੀਂ ਇੰਡੀਆ ਤੋਂ ਆਉਂਦੇ, ਸਭ ਤੋਂ ਪਹਿਲਾਂ ਤੁਹਾਨੂੰ 1 ਮਹੀਨੇ ਦਾ ਵੀਜ਼ਾ ਮਿਲਦਾ। 1 ਮਹੀਨੇ ਦੇ ਆ ਕੇ ਤੁਸੀਂ ਇੱਥੋਂ ਪੋਸਟ ਆਫਿਸ ਤੋਂ ਆਪਣਾ ਬਾਇਓਮੈਟ੍ਰਿਕ ਕਾਰਡ ਲੈ ਕੇ, ਉਹਦੇ ਵਿੱਚ ਉਹਨਾਂ ਨੇ 2.5 ਸਾਲ ਦਾ 30 ਮਹੀਨੇ ਦਾ ਵੀਜ਼ਾ ਜਿਹੜਾ ਹੈਗਾ ਤੁਹਾਨੂੰ ਦਿੱਤਾ ਹੁੰਦਾ। ਉਸ ਤੋਂ ਬਾਅਦ ਫਿਰ ਤੁਹਾਨੂੰ 2.5 ਸਾਲ ਬਾਅਦ ਫਿਰ ਅਪਲਾਈ ਕਰਨਾ ਪੈਂਦਾ ਹੈਗਾ। ਠੀਕ। ਅਤੇ ਅਪਲਾਈ ਕਰਕੇ ਫਿਰ ਤੁਸੀਂ ਇਹ ਇੱਦਾਂ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਤਾਂ ਹੋਮ ਆਫਿਸ ਜਿਹੜਾ ਹੈਗਾ ਉਹ 2.5 ਸਾਲ ਬਾਅਦ ਤੁਹਾਨੂੰ ਵੀਜ਼ਾ ਦਿੰਦੀ ਹੈ, ਅਤੇ ਉਹ ਆਪਣੇ ਲਈ ਪੈਸੇ ਬਣਾਉਂਦੇ ਆ। ਠੀਕ ਆ। ਇਹ ਹੈ ਜੀ। ਜਿਹੜੇ ਲੋਕ ਆਪਣੇ ਭਾਰਤ ਤੋਂ ਇੱਥੇ ਆਏ ਆ ਜੀ, ਇੱਕ ਆਸ ਲਾ ਕੇ ਬੈਠੇ ਸਾਰੇ, ਇੰਡੀਆ ਵਾਲੇ ਵੀ ਇੱਥੇ ਵਾਲੇ ਵੀ ਕਿਸੇ ਤਰ੍ਹਾਂ ਏਅਰਪੋਰਟ ਤੋਂ ਬਾਹਰ ਨਿਕਲਣ ਦਾ ਮੌਕਾ ਮਿਲ ਜਾਵੇ ਜੀ। ਪੱਕੇ ਕਾਨੂੰਨ ਉੱਤੇ ਬੰਦੇ ਬਹੁਤ ਆ। ਹਾਂਜੀ। ਤੁਸੀਂ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਵੀ ਭਾਜੀ ਮੈਂ ਪੱਕਾ ਹੋਣਾ ਚਾਹੁੰਦਾ, ਮੈਂ ਸ਼ੋਅਰ ਤੁਹਾਡੇ ਕੋਲ ਬਹੁਤ ਹੁੰਦੇ ਪੱਕਾ ਕਿੱਦਾਂ ਹੋਣਾ, ਕਦੋਂ ਨੂੰ ਹੋਣਾ, ਤੁਸੀਂ ਕੀ ਸਲਾਹ ਦਿੰਦੇ ਲੋਕਾਂ ਨੂੰ?
ਇੱਕ ਤਾਂ ਜਿਹੜਾ ਵੱਡਾ ਮਸਲਾ ਇਹ ਪੱਕੇ ਹੋਣ ਦਾ ਹੀ ਆ। ਹਾਂਜੀ, ਇੱਕ ਤਾਂ ਜਿਹੜਾ ਇੰਗਲੈਂਡ ਆ ਆਪਣਾ ਯੂਕੇ ਦਾ ਜਿਹੜਾ ਇਮੀਗ੍ਰੇਸ਼ਨ ਲਾਅ ਆ ਉਹ ਬਹੁਤ ਹਾਰਡ ਆ। ਹਾਂਜੀ, ਉਹਦੇ ਵਿੱਚ ਇੰਨੀ ਛੇਤੀ ਜਿਹੜਾ ਹੈਗਾ ਉਹ ਤੁਸੀਂ ਪੱਕੇ ਨਹੀਂ ਹੁੰਦੇ, ਜਿੱਦਾਂ ਕਿ ਕੈਨੇਡਾ 'ਚ ਆ ਜਾਂ ਆਸਟ੍ਰੇਲੀਆ 'ਚ ਆ, ਉੱਥੇ ਥੋੜ੍ਹੇ ਜਿਹੇ ਇਮੀਗ੍ਰੇਸ਼ਨ ਰੂਲ ਜਿਹੜੇ ਆ ਉਹ ਇੱਥੇ ਨਾਲੋਂ ਸੌਫਟ ਆ। ਓਕੇ, ਉੱਥੇ ਤੁਸੀਂ ਇੱਕ ਲੀਗਲੀ ਤੌਰ 'ਤੇ ਜੇ 5 ਸਾਲ 'ਤੇ ਰਹਿ ਲੈਂਦੇ ਜਾਂ 6 ਸਾਲ ਜੋ ਵੀ ਉਹਨਾਂ ਦੇ ਕਾਨੂੰਨ ਹੋਊਗੇ, ਪਰ ਇੱਥੇ ਇਹ ਨਹੀਂ ਹੈਗਾ ਕਿ ਤੁਸੀਂ ਰਹਿ ਲਿਆ ਤਾਂ ਤੁਸੀਂ ਪੱਕੇ ਹੋ ਗਏ। ਮਤਲਬ ਇੱਥੇ ਜਿਹੜਾ ਹੈਗਾ ਤੁਸੀਂ ਇਲੀਗਲੀ ਵੀ ਜੇ ਰਹਿੰਦੇ ਆ ਤਾਂ ਤੁਹਾਨੂੰ 20 ਸਾਲ ਕੰਪਲੀਟ ਕਰਨੇ ਪੈਂਦੇ ਆ, ਫਿਰ ਤੁਸੀਂ ਪਹਿਲੀ ਵਾਰੀ ਫਾਈਲ ਲਾ ਸਕਦੇ ਆ। ਪਰ ਇੱਥੇ ਹੈਗਾ ਕਿ ਤੁਸੀਂ ਜੇ ਤੁਸੀਂ ਸਟੱਡੀ ਵੀਜ਼ੇ 'ਤੇ ਆਉਣੇ ਆ ਜਾਂ ਤੁਸੀਂ ਐਜ਼ ਏ ਪਾਰਟਨਰ ਆਉਣੇ ਆ, ਇਹੀ ਤਰੀਕਾ ਹੈ ਤੁਹਾਨੂੰ ਪੱਕੇ ਹੋਣ ਦਾ। ਪਰ ਸਟੱਡੀ ਵੀਜ਼ੇ 'ਤੇ ਵੀ ਨਹੀਂ ਪੱਕੇ ਹੋ ਸਕਦੇ, ਪਰ ਐਜ਼ ਏ ਪਾਰਟਨਰ ਜਦੋਂ ਤੁਸੀਂ ਆਉਣੇ ਆ ਵਿਆਹ ਕਰਾ ਕੇ ਜਾਂ ਵਰਕ ਪਰਮਿਟ 'ਤੇ ਆਉਣੇ ਆ, ਇਹ ਦੋ ਜਿਹੜੇ ਹੈਗੇ ਤਰੀਕੇ ਸਹੀ ਤੌਰ 'ਤੇ ਤੁਹਾਨੂੰ ਪੱਕੇ ਕਰਨ, ਮਤਲਬ ਤੁਸੀਂ ਇੱਥੇ ਪੱਕੇ ਹੋ। ਅੱਛਾ, ਜਦੋਂ ਇੱਥੇ ਲੋਕ ਆਉਂਦੇ ਆ, ਇਹ ਜੇ ਹੁਣ ਮੈਂ ਗੱਲ ਕਰਾਂ ਕਹਿਣਾ ਵੀ ਆਪਣੇ ਬਦਲ ਦੇ ਆਪੇ ਦਫਾ ਪਟਣ ਵਾਲੀ ਗੱਲ ਹੁੰਦੀ ਹੈ, ਅਸੀਂ ਤਕਰੀਬਨ ਗਲਤ ਹੁੰਦੇ ਆ ਜੀ। ਹਾਂਜੀ, ਤੇ ਜਦੋਂ ਗਲਤ ਬੰਦਾ ਗਲਤ ਤਰੀਕੇ ਨਾਲ ਆਇਆ, ਗਲਤ ਡਾਕੂਮੈਂਟ ਪੇਸ਼ ਕਰਕੇ ਆਇਆ ਬੰਦਾ, ਬਾਅਦ 'ਚ ਤੁਹਾਡੇ ਕੋਲ ਆਉਂਦਾ ਵੀ ਮੈਂ ਸਹੀ ਹੋਣਾ, ਪੱਕਾ ਹੋਣਾ, ਉਹਦਾ ਕੀ ਉਹਦਾ ਮੋਟੇ ਤੌਰ 'ਤੇ ਇਹੀ ਹੈ ਕਿ ਉਹਦਾ ਕੋਈ ਮਸਲਾ ਨਹੀਂ ਹੈਗਾ। ਜਦੋਂ ਤੁਸੀਂ ਜਿਹੜਾ ਪਹਿਲਾ ਸਟੈਪ ਹੀ ਗਲਤ ਚੱਕਿਆ ਤੇ ਫਿਰ ਕਿਉਂਕਿ ਹੋਮ ਆਫਿਸ ਜਿਹੜਾ ਹੈਗਾ ਤੁਹਾਨੂੰ ਜਦੋਂ ਮਤਲਬ ਜੇ ਤੁਸੀਂ ਇਹਦੇ ਨਾਲ ਸਹੀ ਚੱਲਦੇ ਆ, ਹਰੇਕ ਚੀਜ਼ ਕਾਨੂੰਨ ਨਾਲ ਕਰਦੇ ਆ, ਫਿਰ ਇਹ ਵੀ ਤੁਹਾਡਾ ਸਾਥ ਦਿੰਦੀ ਹੈ। ਕਿਉਂਕਿ ਮੈਂ ਇਹ ਸਵਾਲ ਤੁਹਾਨੂੰ ਤਾਂ ਪੁੱਛਿਆ, ਮੈਂ ਸੋਚ ਕੇ ਪੁੱਛਿਆ ਕਿਉਂਕਿ ਤਾਂ ਜਿਹੜੇ ਲੋਕ ਆਪਣਾ ਪ੍ਰੋਗਰਾਮ ਦੇਖ ਰਹੇ ਆ ਜੀ, ਉਹਨਾਂ ਨੂੰ ਨਾਲ ਐਡਵਾਈਸ ਵੀ ਮਿਲ ਜਾਂਦੀ ਆ। ਬਿਲਕੁਲ, ਇਹ ਤਾਂ ਹੈ। ਜਿਹੜੀ ਆਹ ਗੱਲ ਵੀ ਇਹ ਮੇਤੇ ਟੁੱਕਦੀ ਕਿ ਬਾਹਰ ਤੇ ਟੁੱਕਦੀ ਹੋਣੀ ਗੱਲ ਇਹ ਜੀ। ਮੈਂ ਹੁਣ ਇੱਕ ਉਦਾਹਰਨ ਦੇ ਕੇ ਮੈਂ ਤੁਹਾਨੂੰ ਜਿੱਦਾਂ ਗੱਲ ਕਰਦਾ ਹੈਗਾ ਕਿ ਜੇ ਕੋਈ ਮੰਨ ਲਓ ਸਟੂਡੈਂਟ ਵੀਜ਼ੇ 'ਤੇ ਇੱਥੇ ਆਉਂਦਾ ਹੈਗਾ, ਸਟੂਡੈਂਟ ਆਉਂਦਾ, ਜੇ ਉਹ ਆਪਣੀ ਪੜ੍ਹਾਈ ਕਰਕੇ ਪੂਰੀ ਖਤਮ ਕਰਕੇ ਜੇ ਉਹ ਵਰਕ ਪਰਮਿਟ 'ਤੇ ਜਾਂਦਾ ਹੈਗਾ, ਆਪਣੇ 5 ਸਾਲ ਜਾਂ ਜੋ ਵੀ ਹੈਗੇ ਪੂਰੇ ਕਰ ਲੈਂਦਾ ਹੈਗਾ, ਅਤੇ ਉਹਨੂੰ ਪੱਕੇ ਹੋਣ ਦੀ ਕੋਈ ਪ੍ਰੋਬਲਮ ਨਹੀਂ। ਹਾਂਜੀ, ਪਰ ਜੇ ਕੋਈ ਸਟੂਡੈਂਟ ਵੀਜ਼ੇ 'ਤੇ ਆ ਰਿਹਾ ਹੈਗਾ ਅਤੇ ਉਹ ਯੂਨੀਵਰਸਿਟੀ ਨਹੀਂ ਜਾਂਦਾ, ਉਹਨੇ ਪੜ੍ਹਾਈ ਪੂਰੀ ਨਹੀਂ ਕੀਤੀ, ਅਤੇ ਉਹਦੇ ਲਈ ਫਿਰ ਕੋਈ ਰਾਹ ਨਹੀਂ ਰਹਿ ਜਾਂਦਾ। ਫਿਰ ਕਿਉਂਕਿ ਮੈਨੂੰ ਯਾਦ ਆ ਆਪਣੇ ਸਮਰਾ ਸਾਹਿਬ, ਇੱਕ ਵਾਰੀ ਮੈਂ ਗੱਲ ਸੁਣੀ ਸੀ ਮੀਡੀਆ 'ਚ ਕਿ 2 ਭਰਾ ਆਏ ਸੀਗੇ ਇੰਡੀਆ 'ਚੋਂ ਪੜ੍ਹਨ। ਠੀਕ ਹੈ। ਅਤੇ ਇੰਡੀਆ 'ਚ ਉਹ ਬਹੁਤ ਅਮੀਰ ਬੰਦੇ ਕਹਿੰਦੇ ਸੀ ਆਪਣੇ ਆਪ ਨੂੰ, ਜ਼ਮੀਨ ਵੀ ਬਹੁਤ ਸੀ, ਕਾਰਾਂ ਵਗੈਰਾ, ਇੱਥੇ ਆ ਕੇ ਉਹਨਾਂ ਨੂੰ ਕੋਈ ਨਵੀਂ ਚੀਜ਼ ਨਹੀਂ ਲੱਗੀ, ਪਰ ਉਹ ਕਹਿੰਦੇ ਜਾਣਾ ਨਹੀਂ। ਠੀਕ ਹੈ ਜੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਆਏ ਆ ਜੀ, ਵੀ ਤੁਸੀਂ ਇੰਡੀਆ 'ਚ ਬੜੇ ਵਧੀਆ, ਤੁਹਾਡੀ ਫੈਮਿਲੀ ਆ, 4 ਪੈਸੇ ਕੋਲ ਹੈਗੇ ਆ, ਕਾਰਾਂ ਤੁਹਾਡੇ ਕੋਲ ਉੱਥੇ ਹੈਗੀਆਂ, ਵੀ ਇੱਥੇ ਤੁਸੀਂ ਕਦੀ ਬ੍ਰਿਜ ਥੱਲੇ ਸੌਂਦੇ ਆ, ਕਦੀ ਆਹ ਕਰਦੇ ਆ, ਜਾਂ ਤਾਂ ਇੰਨੀ ਤੁਹਾਨੂੰ ਪ੍ਰੋਬਲਮ ਆ, ਕੰਮ ਇੱਥੇ ਹੈ ਕੋਈ ਨਹੀਂ, ਤੁਸੀਂ ਵਾਪਸ ਕਿਉਂ ਚੱਲ ਜਾਂਦੇ? ਉਹ ਕਹਿੰਦੇ ਵਾਪਸ ਨਹੀਂ ਜਾਣਾ ਜੀ, ਰਹਿਣਾ ਸੀ ਇੱਥੇ ਆ। ਜੇ ਉਹਨੂੰ ਪੁੱਛਿਆ ਵੀ ਤੁਸੀਂ ਪੜ੍ਹਨਾ ਸੀ, ਪੜ੍ਹੇ ਨਹੀਂ, ਉਹ ਕਹਿੰਦੇ ਪੜ੍ਹਨ ਜੋ ਕਿਸੇ ਹੈ ਹੀ ਨਹੀਂ ਸੀ। ਠੀਕ ਹੈ ਜੀ। ਮਤਲਬ ਉਹਨੇ ਦੋਨੇ ਭਰਾਵਾਂ ਨੇ ਇਹ ਗੱਲ ਐਡਮਿਟ ਕੀਤੀ ਵੀ ਮੈਂ ਇੱਕ ਮੁੰਡਾ ਕਹਿੰਦਾ ਮੈਂ 6 ਪੜ੍ਹਿਆ, ਦੂਆ ਕਹਿੰਦਾ ਮੈਂ 4 ਪੜ੍ਹਿਆ, ਅਤੇ ਮਤਲਬ ਪ੍ਰਾਇਮਰੀ ਤਾਂ ਲੈਵਲ ਹੀ ਸੀ। ਅਤੇ ਉਹ ਕਹਿੰਦਾ ਵੀ ਸਾਡਾ ਜਿਹੜਾ ਡੈਡੀ ਆ ਉਹਦੀ ਅਪਰੋਚ ਸੀਗੀ, ਉਹਨੇ ਸਾਰੇ ਡਾਕੂਮੈਂਟਸ ਬਣਾਤੇ, ਇੱਥੇ ਆ ਕੇ ਵੀ ਜਾਣਾ ਨਹੀਂ। ਹਾਂਜੀ ਹਾਂਜੀ, ਇੱਦਾਂ ਦੇ ਕੇਸ ਮਤਲਬ ਜਿਹੜੀ ਜੇ ਫਾਊਂਡੇਸ਼ਨ ਹੀ ਗਲਤ ਆ। ਬਿਲਕੁਲ ਜੀ। ਅਤੇ ਜੇ ਤੁਹਾਡੇ ਕੋਲ ਹੁਣ ਮਸਲਾ ਕੋਈ ਆਉਂਦਾ ਵੀ ਵੀ ਮੇਰੇ ਕੋਲ ਪੇਪਰ ਹੈ ਨਹੀਂ ਕੋਈ ਵੀ, ਠੀਕ ਹੈ ਜੀ, ਫਿਰ ਮੈਂ ਆਇਆ ਸੀਗਾ ਇੱਥੇ ਜਿੱਦਾਂ ਮਰਜ਼ੀ ਆ, ਫਿਰ ਹੁਣ ਮੈਂ ਜਾਣਾ ਨਹੀਂ, ਸਾਰੇ ਕਹਿੰਦੇ ਮੈਂ ਜਾਣਾ ਨਹੀਂ, ਅਤੇ ਜੇ ਕਿਸੇ ਕੋਲ ਡਾਕੂਮੈਂਟਸ ਹੈ ਨਹੀਂ, ਤੁਸੀਂ ਉਹਨੂੰ ਕਿੱਦਾਂ ਹੈਂਡਲ ਕਰਦੇ ਆ? ਜੇ ਡਾਕੂਮੈਂਟਸ ਹੈ ਜਾਂ ਹੈਂਡਲ ਕਰਦੇ ਜਾਂ ਨਹੀਂ ਕਰਦੇ? ਇਹਦੇ ਵਿੱਚ ਨਾ ਜਿਹੜਾ ਹੈਗਾ ਮਸਲਾ ਹੈਗਾ ਕਿ ਡਾਕੂਮੈਂਟਸ ਤੋਂ ਬਿਨਾਂ ਤੁਹਾਨੂੰ ਉਹਨਾਂ ਦਾ ਜਿਹੜੀ ਫਾਈਲ ਲਾਉਣੀ ਬੜੀ ਔਖੀ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪ੍ਰੂਫ ਕਰਨਾ ਪੈਂਦਾ ਕਿ ਤੁਹਾਨੂੰ ਆਏ ਨੂੰ ਕਿੰਨੇ ਸਾਲ ਹੋ ਗਏ। ਉਹ ਜਿਹੜੀ ਹੈਗੀ ਆ ਉਹ ਕਿਸੇ ਜਿੱਦਾਂ ਵੀ ਉਹ ਆਇਆ ਹੋਊਗਾ, ਜਾਂ ਪਾਸਪੋਰਟ ਰਾਹੀਂ ਆਇਆ, ਆਪਾਂ ਨੂੰ ਕੁਛ ਨਾ ਕੁਛ ਉਹਦਾ ਪ੍ਰੋਡਿਊਸ ਕਰਨਾ ਪੈਣਾ, ਜਾਂ ਮਤਲਬ ਉਹ ਤੋਂ ਲੈਣਾ ਪੈਣਾ ਹੈਗਾ, ਜਾਂ ਹੋਮ ਆਫਿਸ ਤੋਂ ਮੰਗਵਾਉਣਾ ਪੈਣਾ। ਜੇ ਹੋਮ ਆਫਿਸ ਪ੍ਰੂਫ ਸਾਰਾ ਕੋਲ ਹੈਗਾ, ਸਾਰੇ ਹੈ, ਕਿਸੇ ਨੇ ਮੇਰੀ ਮਾਸੀ ਤੋਂ ਪੁੱਛ ਲਓ, ਹਾਂਜੀ, ਮੇਰੇ ਤਾਏ ਨੂੰ ਪੁੱਛ ਲਓ। ਹਾਂਜੀ ਹਾਂਜੀ, ਨਹੀਂ ਇਹ ਪ੍ਰੂਫ ਨਹੀਂ ਹੈਗੇ ਜੀ ਪੁੱਛਣਾ, ਪਰ ਤੁਹਾਨੂੰ ਕੋਈ ਜਿਹੜਾ ਕਾਗਜ਼ੀ ਤੌਰ 'ਤੇ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ, ਹੈ ਨਾ, ਕੰਮ ਕੀਤਾ ਹੋਵੇ। ਹਾਂਜੀ ਹਾਂਜੀ, ਇਹ ਜ਼ਰੂਰੀ ਹੈ ਜੀ। ਓਕੇ, ਅੱਛਾ, ਜ਼ਿਆਦਾ ਤੌਰ 'ਤੇ ਜਿਹੜੇ ਸਟੂਡੈਂਟਸ ਅੱਜ ਕੱਲ੍ਹ ਹੈਗੇ ਆ, ਹਾਂਜੀ, ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਜ਼ਿਆਦਾ ਆ ਰਹੀਆਂ ਕਿਉਂਕਿ ਉਹ ਆਪਣਾ ਪੈਸਾ ਖਰਚ ਕੇ ਆਏ ਇੱਥੇ। ਜੀ ਬਿਲਕੁਲ।
ਜਿਹੜੇ ਬੰਦੇ ਕਿਤੇ ਸੈਰ ਸਪਾਟੇ ਓਵਰਸਟੇ ਕਰ ਲਿਆ, ਜਾਂ ਜਿਹੜੇ ਬੰਦੇ ਕਿਸੇ ਵਿਆਹ ਸ਼ਾਦੀ 'ਤੇ ਆ ਗਏ ਓਵਰਸਟੇ ਕਰ ਲਿਆ, ਉਹ ਥੋੜ੍ਹਾ ਜਿਹਾ ਮਸਲਾ ਡਿਫਰੈਂਟ ਆ। ਜਿਹੜੇ ਸਟੂਡੈਂਟਸ ਹੈਗੇ ਆ ਉਹ ਕਾਫੀ ਪੈਸਾ ਖਰਚ ਕੇ ਇੱਥੇ ਆਏ ਔਰ ਕਾਫੀ ਪੈਸਾ ਖਰਚ ਕੇ ਉਹਨੀ ਸਟੱਡੀ ਕੀਤੀ, ਕੁਛ ਸਕਸੀਡ ਕਰ ਗਏ ਆਪਣੀ ਐਜੂਕੇਸ਼ਨ, ਕੁਝ ਨਹੀਂ ਕਰ ਪਾਏ। ਪਰ ਉਹ ਸਾਰੇ ਪੜ੍ਹੇ ਲਿਖੇ ਫੈਮਲੀਆਂ ਸੀਗੀਆਂ, ਪੜ੍ਹੇ ਲਿਖੇ ਬੰਦੇ ਸੀਗੇ। ਬੇਸ਼ੱਕ ਉਹ ਆਪਣੀ ਜਿਹੜੀ ਕੁਆਲੀਫਿਕੇਸ਼ਨ ਉਹ ਪੂਰੀ ਨਹੀਂ ਕਰ ਸਕੇ, ਉਹਨਾਂ ਦੀ ਆਪਣੀ ਮਜਬੂਰੀ ਹੋ ਸਕਦੀ, ਲੇਕਿਨ ਪੜ੍ਹੇ ਲਿਖੇ ਜ਼ਰੂਰ ਹੈ, ਯੂਨੀਵਰਸਿਟੀ ਵੀ ਉਹ ਗਏ ਆ। ਉਹਨਾਂ ਦਾ ਜਿਹੜਾ ਮਸਲਾ ਹੈ ਇੱਥੇ ਪੱਕੇ ਹੋਣ ਦਾ, ਕਿਉਂਕਿ ਹੁਣ ਕਿਸੇ ਦਾ 50-60 ਲੱਖ ਰੁਪਈਆ ਖਰਚ ਕੇ ਮੁੜ ਜਾਵੇ ਜੀ, ਉਹ ਮਤਲਬ ਬਹੁਤ ਸਾਰੇ ਕੇਸ ਇੱਦਾਂ ਬੰਦੇ ਉਹ ਸਮਝਦੇ ਵੀ ਐਟਲੀਸਟ ਸਾਨੂੰ ਇੰਨੀ ਕੁ ਮੌਤ ਮਿਲ ਜਾਵੇ ਇੱਥੇ ਕੰਮ ਕਰਨ ਦੀ, ਤਾਂ ਕਿ ਅਸੀਂ ਜਿੰਨੇ ਕੁ ਪੈਸੇ ਅਸੀਂ ਲਾਏ ਆ ਅਸੀਂ ਮਾਂ ਬਾਪ ਨੂੰ ਥੋੜ੍ਹਾ ਜਿਹਾ ਸੌਖਾ ਕਰਦੇ ਵੀ, ਇਹਨਾਂ ਸਾਰੀ ਉਮਰ ਸਾਡੇ ਮਾਂ ਬਾਪ ਸਾਡੇ ਵੱਲ ਦੇਖਦੇ ਰਹਿਣ। ਠੀਕ ਹੈ ਜੀ। ਅਤੇ ਇਹਦੇ ਬਾਰੇ ਕੀ ਤੁਸੀਂ ਕਰਦੇ? ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਜਿਹੜੇ ਸਟੂਡੈਂਟ ਆਉਂਦੇ ਆ ਨਾ, ਉਹ ਕਿਹੜਾ ਕੋਰਸ ਲੈ ਕੇ ਆਉਂਦੇ ਆ। ਦੇਖੋ, ਇਹ ਤੁਸੀਂ ਸਟੂਡੈਂਟ ਐਜ਼ ਏ ਸਟੂਡੈਂਟ ਪਹਿਲਾਂ ਰਹਿੰਦੇ ਆ, ਜਦੋਂ ਤੁਹਾਡੀ ਆਪਣੀ ਡਿਗਰੀ ਖਤਮ ਹੋ ਜਾਂਦੀ ਹੈ ਜਾਂ ਤੁਸੀਂ ਬੈਚਲਰ ਡਿਗਰੀ ਖਤਮ ਕੀਤੀ ਆ, ਆਪਣੀ ਮਾਸਟਰ ਡਿਗਰੀ ਕੀਤੀ ਆ, ਉਸ ਤੋਂ ਬਾਅਦ ਤੁਸੀਂ ਕਿਤੇ ਨਾ ਕਿਤੇ ਕੰਮ ਕਰਨਾ ਹੈਗਾ ਐਜ਼ ਏ ਵਰਕ ਪਰਮਿਟ ਜਿਹੜਾ ਹੈਗਾ, ਤੁਸੀਂ ਕੰਮ ਕਰਨਾ। ਪਰ ਇੱਥੇ ਵਰਕ ਪਰਮਿਟ ਸਾਰਿਆਂ ਨੂੰ ਨਹੀਂ ਮਿਲ ਰਿਹਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਤਾਂ ਮੈਕਡੋਨਲਡ 'ਚ ਕੰਮ ਕਰਨਾ ਜੀ, ਮੈਨੂੰ ਚਾਹੀਦਾ ਹੈਗਾ ਵਰਕ ਪਰਮਿਟ, ਜਾਂ ਮੈਂ ਸਬਵੇ 'ਚ ਕੰਮ ਕਰਨਾ, ਮੈਨੂੰ ਵਰਕ ਪਰਮਿਟ ਚਾਹੀਦਾ। ਨਹੀਂ, ਸਭ ਤੋਂ ਪਹਿਲਾਂ ਹੈਗਾ ਜਿਸ ਬੰਦੇ ਨੇ ਤੁਹਾਨੂੰ ਵਰਕ ਪਰਮਿਟ ਦੇਣਾ ਉਹ ਲਾਇਸੈਂਸ ਹੋਲਡਰ ਹੈਗਾ ਕਿ ਨਹੀਂ। ਠੀਕ ਹੈ। ਅਤੇ ਹੁਣ ਇੱਥੇ ਇਸ ਟਾਈਮ ਜਿੱਦਾਂ ਡਾਕਟਰ ਆ, ਨਰਸਿਸ ਆ, ਕੈਮੀਕਲ ਇੰਜੀਨੀਅਰ ਆ, ਹੋਰ ਕਈ ਆ ਜਿਹੜੀ ਕਿ ਡਿਮਾਂਡਸ ਜਿਨ੍ਹਾਂ ਦੀ ਇਹਨਾਂ ਨੂੰ ਲੋੜ ਆ, ਉਹਨਾਂ ਨੂੰ ਇਹ ਵਰਕ ਪਰਮਿਟ ਦਿੰਦੇ ਆ, ਹਰੇਕ ਨੂੰ ਨਹੀਂ ਵਰਕ ਪਰਮਿਟ ਦਿੰਦੇ। ਆਪਣੇ ਕੀ ਆ ਕਿ ਜਿਹੜਾ ਹੈਗਾ ਸਟੂਡੈਂਟ, ਬਹੁਤੇ ਸਟੂਡੈਂਟ ਆਉਂਦੇ ਆ ਉਹ ਇੱਕ ਜ਼ਰੀਆ ਹੀ ਆ ਆਉਣ ਦਾ। ਅਤੇ ਕਈ ਵਾਰੀ ਤੁਸੀਂ ਜਿਹੜੇ ਕੋਰਸ ਆ ਉਹ ਲੈ ਲੈਂਦੇ ਆ ਜਿਹਦੇ ਵਿੱਚ ਤੁਹਾਨੂੰ ਅੱਗੇ ਮੌਕਾ ਨਹੀਂ ਮਿਲਦਾ, ਜਾਂ ਉਹਨਾਂ ਕੋਲ ਇੱਥੇ ਲੋੜ ਨਹੀਂ ਹੈਗੀ, ਫਿਰ ਉੱਥੇ ਜਿਹੜੇ ਵਰਕ ਪਰਮਿਟ ਲੈਣਾ ਬੜਾ ਉਹ ਔਖਾ ਹੋ ਜਾਂਦਾ। ਗੱਲ ਰਿਪੀਟ ਕਰਿਓ ਕਿ ਜਿਹੜੀ ਆਪਾਂ ਗੱਲ ਕਰਦੇ ਹਾਂ, ਜੇ ਮੈਂ ਕਿਸੇ ਨੂੰ ਇੰਪਲੋਏ ਕਰਨਾ ਜੀ, ਹੋਰ ਇਹ ਰਿਹਾ ਜੇ ਮੈਂ ਦੇਖਦਾ ਕਿ ਵੀ ਤੁਹਾਡਾ ਛੋਟਾ ਭਰਾ ਆ ਇੱਥੇ, ਉਹ ਪੜ੍ਹਦਾ, ਮੇਰੀ ਦੁਕਾਨ ਆ, ਉਹਨੂੰ ਕਹਿੰਦਾ ਮੇਰੇ ਇੱਥੇ ਆਲੂ ਕਰ ਲਿਆ ਕਰ। ਠੀਕ ਹੈ ਜੀ। ਉਹਦੇ ਲਈ ਜੇ ਮੈਂ ਉਹਨੂੰ ਚਿੱਠੀ ਦੇਣੀ ਹੋਵੇ ਬਈ ਆਈ ਗਿਵ ਯੂ ਜੋਬ ਜੀ, ਪਰ ਮੇਰੇ ਕੋਲ ਕਿਹੜਾ ਲਾਇਸੈਂਸ ਹੋਣਾ? ਕਿਉਂਕਿ ਨਹੀਂ, ਮਤਲਬ ਉਹ ਦੇਖੋ, ਜਦੋਂ ਤੁਸੀਂ ਐਜ਼ ਏ ਸਟੂਡੈਂਟ ਆਉਂਦੇ ਆ, ਹਾਂਜੀ ਠੀਕ ਹੈ, ਤੁਸੀਂ 20 ਘੰਟੇ 'ਤੇ ਕੰਮ ਕਰ ਸਕਦੇ ਆ। 20 ਘੰਟੇ ਉਹ ਕਿਤੇ ਵੀ ਕੰਮ ਕਰ ਸਕਦਾ। ਉਹ ਨਹੀਂ, ਆਪਾਂ ਗੱਲ ਕਰਦੇ ਹਾਂ ਵਰਕ ਪਰਮਿਟ ਦੀ। ਜਦੋਂ ਤੁਸੀਂ ਵਰਕ ਪਰਮਿਟ 'ਤੇ ਆ, ਵਰਕ ਪਰਮਿਟ 'ਤੇ ਜਦੋਂ ਤੁਸੀਂ ਆਉਣਾ ਹੈਗਾ, ਫਿਰ ਤੁਹਾਡੇ ਕੋਲ ਤੁਸੀਂ ਉੱਥੇ ਹੀ ਕੰਮ ਕਰ ਸਕਦੇ ਜਿੱਥੇ ਉਹ ਜਿਹੜਾ ਤੁਹਾਡਾ ਇੰਪਲੋਈ ਆ ਉਹਦੇ ਕੋਲ ਲਾਇਸੈਂਸ ਹੈਗਾ। ਉਹ ਕਿਹੜਾ ਲਾਇਸੈਂਸ? ਉਹ ਹੋਮ ਆਫਿਸ ਜਿਹੜਾ ਹੈਗਾ ਤੁਹਾਨੂੰ ਦਿੰਦੀ ਹੈਗੀ ਲਾਇਸੈਂਸ। ਮੈਨੂੰ ਰਜਿਸਟਰ ਹੋਣਾ ਪੈਣਾ ਤੁਹਾਨੂੰ। ਠੀਕ ਹੈ, ਹੋਮ ਆਫਿਸ ਦੇ ਨਾਲ ਤੁਸੀਂ ਰਜਿਸਟਰਡ ਹੋਣਾ ਪੈਂਦਾ, ਫਿਰ ਉਹ ਉੱਥੇ ਤੁਸੀਂ ਕੰਮ ਕਰ ਸਕਦੇ ਆ। ਹਰੇਕ ਥਾਂ 'ਤੇ ਨਹੀਂ, ਉਹ ਜਿਹੜਾ ਹੈਗਾ ਲਾਇਸੈਂਸ ਉਹ ਬਹੁਤ ਥੋੜ੍ਹਿਆਂ ਕੋਲ ਹੀ ਹੁੰਦਾ, ਉਹ ਆਮ ਨਹੀਂ ਹੈਗਾ। ਜਿਹੜਾ ਬੰਦਾ ਅਪਲਾਈ ਕਰਨਾ ਚਾਹੁੰਦਾ ਵਰਕ ਪਰਮਿਟ, ਉਹਨੂੰ ਪਤਾ ਹੋਣਾ ਚਾਹੀਦਾ ਕਿ ਵੀ ਆਪ ਸੀ। ਹਾਂ, ਤੁਸੀਂ ਜਦੋਂ ਇਹ ਜਿਹੜੀ ਵੈਬਸਾਈਟ ਹੈ gov.uk, ਉੱਤੇ ਜਾ ਕੇ ਉਹ ਲਿਸਟ ਨਿਕਲ ਆਉਂਦੀ ਹੈ ਸਾਰੀ। ਓਕੇ, ਹਾਂਜੀ। ਜੇ ਤੁਸੀਂ ਉਹ ਵੈਬਸਾਈਟ ਫਿਰ ਦੁਬਾਰਾ ਕਲੀਅਰਲੀ ਦੱਸ ਦਿਓ। gov.uk 'ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਆ, ਉਹ ਤੁਹਾਨੂੰ ਉੱਥੇ ਲਿਸਟ ਨਿਕਲ ਆਉਂਦੀ ਹੈ ਕਿ ਕਿਹੜੇ ਹੈਗੇ ਆ ਲਾਇਸੈਂਸ ਹੋਲਡਰ ਜਿਹੜੇ ਕਿ ਤੁਹਾਨੂੰ ਜੋਬਸ ਦੇ ਸਕਦੇ ਆ। ਠੀਕ ਆ, ਅਤੇ ਉਹਨਾਂ ਨੂੰ ਜਿਹੜੇ ਹੈਗੇ ਆ ਆਪਾਂ ਇੱਕ ਤਰ੍ਹਾਂ ਦਾ ਸਪੋਂਸਰ ਵੀ ਕਹਿੰਦੇ ਹਾਂ, ਸਾਡਾ ਸਪੋਂਸਰ ਆ। ਅਤੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਆਪਣਾ ਕਰ ਸਕਦੇ ਆ। ਅੱਛਾ, ਇਹ ਇਮੀਗ੍ਰੇਸ਼ਨ ਨੂੰ ਲੈ ਕੇ ਹੋਰ ਤੁਸੀਂ ਕਿਹੜੀਆਂ ਸੇਵਾਵਾਂ ਦੇ ਰਹੇ ਹੋ? ਸਾਡਾ ਮੇਨ ਜਿਹੜਾ ਹੈਗਾ ਕੰਮ ਇਹੀ ਹੈ ਜਿਹੜਾ ਕਿ ਅਸੀਂ ਇੰਡੀਆ ਦੇ ਲਾਅ ਨੂੰ ਡੀਲ ਕਰਦੇ ਹਾਂ। ਦੂਜਾ ਜਿਹੜਾ ਕੋਰਸਿਸ ਜਿਹੜੇ ਪ੍ਰੋਵਾਈਡ ਕਰਦੇ ਹਾਂ, ਅਤੇ ਤੀਜਾ ਜਿਹੜਾ ਇਮੀਗ੍ਰੇਸ਼ਨ ਦਾ ਹੈਗਾ। ਇਮੀਗ੍ਰੇਸ਼ਨ ਵਿੱਚ ਵੀ ਕਈ ਹੈਗਾ ਕਿ ਜੇ ਕਿਸੇ ਨੇ ਐਜ਼ ਏ ਪਾਰਟਨਰ ਆਉਣਾ ਹੋਵੇ, ਕਿਸੇ ਨੇ ਇੱਥੇ ਵੀਜ਼ਾ ਐਕਸਟੈਂਸ਼ਨ ਦੀ ਐਪਲੀਕੇਸ਼ਨ ਕਰਨੀ ਹੈ ਜਾਂ ਸੈਟਲਮੈਂਟ ਦੀ ਐਪਲੀਕੇਸ਼ਨ ਕਰਨੀ ਹੈ, ਬ੍ਰਿਟਿਸ਼ ਨੈਸ਼ਨੈਲਿਟੀ ਲੈਣੀ ਆ, ਉਹ ਅਸੀਂ ਸਾਰੀਆਂ ਐਪਲੀਕੇਸ਼ਨ। ਜੇ ਕਿਸੇ ਨੇ ਇੰਡੀਆ ਤੋਂ ਫੁੱਫੜ ਭੂਆ ਮਾਸਟਰ ਮੰਗਵਾਉਣਾ ਹੋਵੇ ਐਜ਼ ਏ ਵਿਜ਼ਟਰ, ਹਾਂਜੀ, ਪੱਕੇ ਮੰਗਵਾਉਣਾ ਨਹੀਂ, ਉਹ ਬੜਾ ਫੇਰ ਮਸਲਾ ਹੈਗਾ ਕਿਉਂਕਿ ਤੁਸੀਂ ਇਹ ਸਾਨੂੰ ਜਿਹੜਾ ਹੈਗਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਜਿਹੜੇ ਪੱਕੇ ਤੌਰ 'ਤੇ ਉੱਥੋਂ ਮੰਗਾ ਸਕੀਏ। ਠੀਕ ਹੈ, ਉਹ ਬੜਾ ਤੁਸੀਂ ਸਪਾਂਸਰਸ਼ਿਪ ਵਗੈਰਾ ਤੁਸੀਂ ਹਾਂ ਐਜ਼ ਏ ਵਿਜ਼ਟਰ ਤੁਸੀਂ ਆ ਸਕਦੇ ਆ,
ਐਜ਼ ਏ ਵਿਜ਼ਟਰ ਘੁੰਮਣ, ਪਰ ਪੱਕੇ ਤੌਰ 'ਤੇ ਜਿਹੜਾ ਹੈਗਾ ਤੁਸੀਂ ਜਿੱਦਾਂ ਕਹਿੰਦੇ ਆ ਤਾਈਆਂ ਨੂੰ, ਫੁੱਫੜ ਨੂੰ ਅਤੇ ਚਾਚਿਆਂ ਨੂੰ ਸੱਦਣਾ, ਉਹ ਬੜਾ ਜੇ ਮੇਰਾ ਵਸਲ ਤਾਂ ਮੈਂ ਸਾਰਾ ਮਹੱਲਾ ਮੰਗਾ ਲਵਾਂ ਇੱਥੇ। ਇਹ ਤਾਂ ਹੈ ਜੀ। ਅਤੇ ਕਿਉਂਕਿ ਉੱਥੇ ਇਸ ਵੇਲੇ ਉੱਥੇ ਮਾਹੌਲ ਇੱਦਾਂ ਦਾ ਆਪਣੇ ਮੁਲਕ ਵਿੱਚ ਹੈਗਾ ਕਿ ਕੋਈ ਵੀ ਬੰਦਾ, ਗੱਲ ਪੈਸੇ ਦੀ ਘੱਟ ਆ, ਜ਼ਿੰਦਗੀ 'ਚ ਉੱਥੇ ਕੁਛ ਸਕੂਨ ਜਿਹਾ ਹੈ ਨਹੀਂ, ਅਤੇ ਕੋਈ ਬੰਦਾ ਉੱਥੇ ਰਹਿ ਕੇ ਰਾਜੀ ਨਹੀਂ ਹੈ। ਤਾਂ ਹੀ ਸਾਰੇ ਆਪਾਂ ਇੱਧਰ ਤਾਂ ਹੀ ਆਉਂਦੇ ਹਾਂ। ਅਤੇ ਉਹਨਾਂ ਲਈ ਤੁਹਾਡੀ ਕੀ ਸਲਾਹ ਆ, ਜਿਹੜੇ ਬੰਦੇ ਪਾਸਪੋਰਟ ਬਣਾ ਕੇ ਦੌੜੇ ਭੱਜੇ ਫਿਰਦੇ, ਕਦੇ ਕਿਸੇ ਏਜੰਟ ਕੋ ਬਈ? ਦੇਖੋ, ਆਪਾਂ ਸਾਰੇ ਉੱਥੋਂ ਆਏ ਹਾਂ ਰੋਜੀ ਆਪਣੀ ਕਮਾਉਣ ਲਈ, ਰਹਿਣ ਲਈ, ਕੰਮ ਕਰਨ ਲਈ। ਉੱਥੋਂ ਆਉਣਾ ਉਹ ਮਾੜੀ ਗੱਲ ਨਹੀਂ ਹੈਗੀ, ਪਰ ਤੁਸੀਂ ਜਿਹੜਾ ਹੈਗਾ ਏਜੰਟਾਂ ਰਾਹੀਂ ਜਾਂ ਪੈਸੇ ਵੱਧ ਦੇ ਕੇ ਉਹ ਆਉਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ। ਤੁਸੀਂ ਸਹੀ ਤਰੀਕੇ ਨਾਲ, ਅੱਜ ਕੱਲ੍ਹ ਬਹੁਤ ਤਰੀਕੇ ਹੈਗੇ ਸਹੀ ਤਰੀਕੇ ਨਾਲ, ਜਿੱਦਾਂ ਕਿ ਮੈਂ ਆਪਾਂ ਵਰਕ ਪਰਮਿਟ ਦੀ ਗੱਲ ਕੀਤੀ, ਤੁਸੀਂ ਥੋੜ੍ਹਾ ਜਿਹਾ ਸਰਚ ਕਰੋ ਇੰਟਰਨੈਟ 'ਤੇ, ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਹੈਗਾ ਕਿ ਕਿਹੜੀ ਜਿਹੜੀ ਹੈਗੀ ਆ ਜੋਬਸ ਕਿਹੜੇ ਮੁਲਕ 'ਚ ਚਾਹੀਦੀਆਂ। ਤੁਸੀਂ ਉਹ ਕੋਰਸ ਇੰਡੀਆ 'ਚ ਕਰਕੇ ਅਤੇ ਵਰਕ ਪਰਮਿਟ 'ਤੇ ਅਪਲਾਈ ਕਰਕੇ ਅਤੇ ਤੁਸੀਂ ਅੱਛਾ, ਮੈਂ ਇਸ ਤੋਂ ਆ ਸਕਦੇ। ਜਿਹੜੀ ਤੁਸੀਂ ਗੱਲ ਕੀਤੀ ਆ ਵੀ ਗੌਰਮੈਂਟ ਦੀ ਵੈਬਸਾਈਟ 'ਤੇ ਜਾਓ, ਤੁਹਾਨੂੰ ਮਿਲ ਜਾਂਦਾ ਸਭ ਕੁਛ। ਜਿਹੜਾ ਬੰਦਾ ਸਰਚ ਕਰਨ ਦੇ ਕਾਬਲ ਆ ਜੀ, ਉਹ ਰੋਟੀ ਕਮਾਉਣ ਦੇ ਕਾਬਲ ਵੀ ਹੈ ਜੀ, ਕਿਉਂਕਿ ਸਰਚ ਕਰਨਾ ਆਪਣੇ ਆਪ 'ਚ ਇੱਕ ਪ੍ਰੋਫੈਸ਼ਨ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਹੈ ਜੀ। ਜਿੰਨੀ ਅੰਗਰੇਜ਼ੀ ਉੱਥੇ ਪੜ੍ਹਨੀ ਆ, ਇੰਡੀਆ 'ਚ ਬੜੀ ਵੱਡੀ ਬੰਦਾ ਪੋਸਟ ਲੈ ਸਕਦਾ। ਜ਼ਿਆਦਾ ਲੋਕ ਪ੍ਰੋਬਲਮ ਵਿੱਚ ਉਹ ਆ ਜਿਨ੍ਹਾਂ ਬੰਦਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਇੰਨੀ ਨਹੀਂ ਆਉਂਦੀ ਕਿ ਉਹ ਸਰਚ ਕਰ ਸਕਣ। ਜੀ, ਇਸੇ ਕਰਕੇ ਤੁਹਾਡੇ ਕੋਲ ਆਉਂਦੇ ਹੋ ਜੀ। ਜਿਹੜਾ ਮਸਲਾ ਲੋਕਾਂ ਦਾ, ਇਸ ਤਰ੍ਹਾਂ ਕਿ ਮੈਂ ਸਲਾਹ ਇਹ ਚਾਹੁੰਦਾ ਸੀ ਕਿ ਜਿਹੜੇ ਬੰਦੇ ਇੰਡੀਆ 'ਚ ਇਹ ਕਹਿੰਦੇ ਜੀ ਪਾਸਪੋਰਟ ਬਣਾ ਲਓ, ਪਤਾ ਨਹੀਂ ਕਦੋਂ ਜਾਣਾ ਪੈ ਜਾਣਾ ਜਾਂ ਕਦੋਂ ਚੱਲ ਜਾਈਏ, ਅਤੇ ਫਿਰ ਉਹ ਪਾਸਪੋਰਟ ਲੈ ਕੇ ਕਦੀ ਜਲੰਧਰ, ਕਦੀ ਫਗਵਾੜੇ, ਕਦੀ ਗਰਾਈ, ਕਦੀ ਫਲੋਰ ਕਰਦੇ, ਕਿਉਂਕਿ ਘਰ ਠੀਕ ਉਹਨਾਂ ਦਾ। ਹਾਂਜੀ। ਉਹਨਾਂ ਲੋਕਾਂ ਨੂੰ ਤੁਹਾਡੀ ਕੀ ਸਲਾਹ ਐਜ਼ ਏ ਵਕੀਲ ਹੋਣ ਦੇ ਨਾਲ ਜਾਂ ਐਜ਼ ਏ ਇਮੀਗ੍ਰੇਸ਼ਨ ਐਕਸਪਰਟ ਹੋਣ ਦੇ ਨਾਲ, ਵੀ ਥਾਂ ਧੱਕੇ ਨਾ ਖਾਓ, ਬਈ ਸਹੀ ਤਰੀਕੇ ਨਾਲ? ਜੀ, ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਜਿਹੜੇ ਸਾਰੇ ਏਜੰਟ ਆ ਜਿਹੜੇ ਹੈ ਉਹ ਗਲਤ ਆ, ਜਾਂ ਜੇ ਤੁਸੀਂ ਜਿਹੜੇ ਤਾਂ ਆਪ ਕਰ ਸਕਦੇ ਆ ਅਤੇ ਉਹ ਆਪ ਵੀ ਮਤਲਬ ਅੱਜ ਕੱਲ੍ਹ ਐਪਲੀਕੇਸ਼ਨਾਂ ਤੁਸੀਂ ਕਰ ਸਕਦੇ ਆ, ਸਰਚ ਕਰ ਸਕਦੇ ਆ। ਪਰ ਜੇ ਤੁਸੀਂ ਨਹੀਂ ਆਪ ਕਰ ਸਕਦੇ ਆ ਤਾਂ ਤੁਸੀਂ ਕੋਈ ਜਿਹੜੇ ਆਪਣੇ ਘਰਾਂ 'ਚ ਕੋਈ ਪੜ੍ਹਿਆ ਲਿਖਿਆ ਹੋਵੇ, ਕੋਈ ਜਿਹਨੂੰ ਪਤਾ ਹੋਵੇ, ਤੁਸੀਂ ਉਹਨਾਂ ਦੀ ਸਲਾਹ ਲੈ ਕੇ ਫਿਰ ਅੱਗੇ ਜਿਹਨੂੰ ਮਿਲਣਾ ਹੈਗਾ ਤੁਸੀਂ ਉਹਨਾਂ ਮਿਲ ਸਕਦੇ ਆ। ਬਸ ਇਹ ਆ ਕਿ ਜੇ ਇਸ ਕੰਟਰੀ 'ਚ ਆਉਣਾ ਤਾਂ ਤੁਸੀਂ, ਜਾਂ ਇਸ ਕੰਟਰੀ 'ਚ ਆਉਣਾ ਜਾਂ ਕਿਸੇ ਹੋਰ ਵੀ ਕੰਟਰੀ ਜਾਣਾ ਹੈਗਾ, ਅਤੇ ਆਪਾਂ ਨੂੰ ਸਹੀ ਤਰੀਕੇ ਨਾਲ ਜਾਣਾ ਚਾਹੀਦਾ ਹੈਗਾ, ਕਿ ਤਾਂ ਕਿ ਜੇ ਹੁਣ ਆਪਾਂ ਨੂੰ ਪਤਾ ਜੇ ਇਸ ਕੰਟਰੀ 'ਚ ਆਪਾਂ ਇੱਕ ਵਾਰੀ ਇਲੀਗਲ ਹੋ ਜਾਈਏ ਤਾਂ ਸਾਨੂੰ ਕਿੰਨੀਆਂ ਪ੍ਰੋਬਲਮਾਂ ਪੈਂਦੀਆਂ ਹੈਗੀਆਂ, ਅਤੇ ਜੇ ਤੁਸੀਂ ਸਹੀ ਤਰੀਕੇ ਨਾਲ ਚੱਲਦੇ ਆ, ਲੀਗਲੀ ਤੌਰ 'ਤੇ ਚੱਲਦੇ ਆ, ਤੁਸੀਂ ਪਿੱਛੇ ਜਾਣ ਜੋਗੇ ਵੀ ਹੋ ਜਾਂਦੇ ਆ। ਮਹੀਨਾ ਖੰਡ ਉੱਥੇ ਵੀ ਕੱਟਣਾ ਤਾਂ ਕੱਟ ਕੇ ਆ ਸਕਦੇ ਆ ਛੁੱਟੀਆਂ, ਹੈ ਨਾ। ਅਤੇ ਇਹ ਮਤਲਬ ਇਹ ਜ਼ਰੂਰੀ ਹੈ ਕਿ ਤੁਸੀਂ ਜਿਹੜਾ ਹੈਗਾ ਕੰਮ ਸਹੀ ਤਰੀਕੇ ਨਾਲ ਕੀਤਾ ਜਾਵੇ, ਤਾਂ ਕਿ ਅੱਜ ਕੱਲ੍ਹ ਅਗਰ ਕੋਈ ਇੰਗਲੈਂਡ ਆਉਣਾ ਚਾਹੁੰਦਾ, ਜੀ, ਪੜ੍ਹਿਆ ਲਿਖਿਆ ਬੰਦਾ, ਜੀ, ਆਫੀਸ਼ੀਅਲੀ ਪੱਕੇ ਤੌਰ 'ਤੇ ਬੰਦਾ ਆਉਣਾ ਚਾਹੁੰਦਾ, ਠੀਕ ਹੈ ਜੀ, ਕੀ ਰਾਹ ਆ? ਮਤਲਬ ਮੈਂ ਬਲੈਕ ਦੀ ਜਾਂ ਦੌੜ ਭੱਜ ਦੀ ਗੱਲ ਨਹੀਂ ਕਰ ਰਿਹਾ। ਬੰਦਾ ਕਹਿੰਦਾ ਕਿ ਮੈਂ ਇੰਗਲੈਂਡ ਸੈਟਲ ਹੋਣਾ, ਠੀਕ ਹੈ ਜੀ, ਉੱਥੇ ਜਾ ਕੇ ਮੈਂ ਆਪਣਾ ਕੰਮ ਕਰਨਾ ਜਾਂ ਤੁਸੀਂ ਜੋਬ ਕਰ ਲੈਣੀ ਆ, ਠੀਕ ਹੈ ਜੀ। ਕੀ ਪੋਸੀਬਿਲਿਟੀਜ਼ ਆ? ਕੀ ਦੇਖੋ, ਜੇ ਤੁਸੀਂ ਕਹਿੰਦੇ ਕਿ ਇੱਥੇ ਮੈਂ ਆਪਣਾ ਕੰਮ ਕਰ ਲੈਣਾ ਬਿਜ਼ਨਸ ਤੌਰ 'ਤੇ, ਉਹਦੇ ਲਈ ਜੀ ਆਪਾਂ ਨੂੰ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਹੋਮ ਆਫਿਸ ਦੀਆਂ ਜਿਹੜੀਆਂ ਹੈਗੀਆਂ ਕੰਡੀਸ਼ਨਸ ਜਿਹੜੀਆਂ ਹੈਗੀਆਂ, ਤੁਹਾਨੂੰ ਇੰਨੀ ਕੁ ਇਨਵੈਸਟਮੈਂਟ, ਜਿੰਨੀ ਕੁ ਇਨਵੈਸਟਮੈਂਟ ਰੱਖਣੀ ਆ ਤੁਹਾਨੂੰ ਇਨਵੈਸਟ ਕਰਨੀ ਪੈਂਦੀ ਆ। ਸਭ ਤੋਂ ਪਹਿਲਾਂ ਤਾਂ ਹੈਗਾ ਤੁਹਾਨੂੰ ਟੈਸਟ ਕਰਨੇ ਪੈਂਦੇ ਹੈਗੇ ਆ, ਤੁਹਾਨੂੰ ਉਹਨਾਂ ਦੀ ਜਿਹੜੀ ਬੇਸਿਕ ਇੰਗਲਿਸ਼ ਹੋਣੀ ਚਾਹੀਦੀ ਆ। ਫਿਰ ਤੁਹਾਨੂੰ ਜਿਹੜੀ ਇਨਵੈਸਟਮੈਂਟ ਦੀ ਜਿਹੜੀ ਕੰਡੀਸ਼ਨ ਆ, ਰਿਕੁਆਇਰਮੈਂਟ ਆ, ਉਹ ਪੂਰੀ ਕਰਨੀ ਪੈਂਦੀ ਆ। ਫਿਰ ਤੁਹਾਨੂੰ ਇੱਥੇ ਬਿਜ਼ਨਸ ਦੇਖਣਾ ਪੈਣਾ, ਅਤੇ ਉਹ ਬਹੁਤ ਮਹਿੰਗਾ ਪੈਂਦਾ ਹੈਗਾ। ਐਜ਼ ਏ ਬਿਜ਼ਨਸਮੈਨ ਤੁਸੀਂ ਆਉਣਾ, ਇਹ ਮਤਲਬ ਸਾਰਿਆਂ ਦੇ ਬਸ ਦੀ ਗੱਲ ਨਹੀਂ ਹੈਗੀ ਆ। ਠੀਕ। ਅਤੇ ਜੇ ਬੰਦਾ ਉੱਦਾਂ ਇਮਾਨਦਾਰੀ ਨਾਲ ਇਹ ਕਹੇ ਗੌਰਮੈਂਟ ਨੂੰ, ਤਾਂ ਮੈਂ ਇੰਡੀਆ ਛੱਡ ਕੇ ਇੰਗਲੈਂਡ ਰਹਿਣਾ ਚਾਹੁੰਦਾ ਜੀ, ਵੀ ਮੇਰਾ ਹੋਰ ਰੀਜ਼ਨ ਨਹੀਂ ਹੈ ਕੋਈ ਵੀ ਜੀ, ਮੈਂ ਉੱਥੇ ਰਹਿਣਾ ਚਾਹੁੰਦਾ ਜੀ, ਚਾਹੇ ਬੰਦਾ ਉਹਦੇ ਕਹਿੰਦੇ ਸੈਟਲ, ਮੈਂ ਇੰਗਲੈਂਡ ਸੈਟਲ ਹੋਣਾ ਚਾਹੁੰਦਾ, ਅਤੇ ਉਹਨੂੰ ਕੋਈ ਬਹਾਨਾ ਨਹੀਂ। ਉਹ ਐਜ਼ ਏ ਵਿਜ਼ਟਰ ਤਾਂ ਆ ਸਕਦਾ ਹੈ ਇੱਥੇ, ਨਹੀਂ, ਪਰ ਸੈਟਲਮੈਂਟ ਲਈ ਨਹੀਂ। ਅੱਛਾ, ਠੀਕ। ਘੁੰਮਣ ਲਈ ਜਿਹੜਾ ਹੈਗਾ, ਜਿਹੜਾ ਵਿਜ਼ਟਰ ਤੌਰ 'ਤੇ ਜਿਹੜਾ ਆਮ ਤੌਰ 'ਤੇ 6 ਮਹੀਨੇ ਦਾ ਵੀਜ਼ਾ ਮਿਲਦਾ ਹੈਗਾ, ਉਹ ਲਈ ਤਾਂ ਆ ਸਕਦਾ, ਪਰ ਸੈਟਲਮੈਂਟ ਲਈ ਨਹੀਂ। ਹੋਰ ਕਿਹੜੇ ਦਾਇਰੇ ਹੈਗੇ ਆ, ਜਾਂ ਹੋਰ ਕਿਹੜੀ ਸਿਚੁਏਸ਼ਨ ਜਿਸ 'ਚ ਬੰਦਾ ਇੱਥੇ ਆ ਸਕਦਾ?
ਸੈਟਲ ਹੋਣ ਲਈ ਇਹੀ ਹੈ ਕਿ ਜਿਹੜੀ ਇਹਨਾਂ ਨੂੰ ਜਿਹੜੇ ਬੰਦੇ ਚਾਹੀਦੇ ਆ ਕੰਮ ਕਰਨ ਲਈ, ਵਿਆਹ ਕਰਾ ਕੇ, ਇੱਕ ਤਾਂ ਵਿਆਹ ਕਰਾ ਕੇ ਹੈਗਾ ਹੀ ਹੈ ਜੀ, ਉਹ ਸਭ ਤੋਂ ਸੌਖਾ ਕੰਮ ਆ ਜਿਹੜਾ ਵਿਆਹ ਕਰਾ ਕੇ ਹੈਗਾ, ਇਹ ਤੋਂ ਸੌਖਾ ਕੰਮ ਹੈ ਨਹੀਂ ਕੋਈ ਹੋਰ। ਤੇ ਦੂਜਾ ਹੈਗਾ ਕਿ ਜਿਹੜਾ ਵਿਆਹ ਤਾਂ ਜ਼ਿੰਦਗੀ ਦੀ ਜ਼ਰੂਰਤ ਆ, ਹਰ ਇੱਕ ਬੰਦੇ ਦਾ ਵਿਆਹ, ਸਾਡੇ ਮਾਂ-ਬਾਪ ਦਾ, ਭੈਣ ਦਾ, ਸਾਰਿਆਂ ਦਾ, ਸਾਡੇ ਵੀ ਹੋਏ। ਵਿਆਹ ਨੂੰ ਵਿਆਹ ਤੌਰ ਤੇ ਲੈਣਾ ਚਾਹੀਦਾ, ਨਾ ਕਿ ਸਿਰਫ ਇੱਥੇ ਹੋਣ ਲਈ। ਇਹ ਵੀ ਜਿਹੜੀ ਹੈਗੀ ਆ ਤੁਹਾਡਾ ਜਿਹੜਾ ਸਵਾਲ ਬਹੁਤ ਜਾਇਜ਼ ਆ ਕਿ ਕਈ ਵਾਰੀ ਤੁਹਾਡੇ ਜਿਹੜੇ ਤੁਸੀਂ ਉਹ ਵਿਆਹ ਹੋ ਕੇ ਵਿਆਹ ਨਹੀਂ ਹੁੰਦਾ, ਉਹ ਇੱਕ ਤਰ੍ਹਾਂ ਦਾ ਐਗਰੀਮੈਂਟ ਹੁੰਦਾ ਕਿ ਤੁਸੀਂ ਸਾਡਾ ਨਗਾ ਦਿਓ, ਅਸੀਂ ਤੁਹਾਡਾ ਨਗਾ ਦੇਵਾਂਗੇ, ਇੱਦਾਂ ਜੋ ਵੀ ਹੈਗਾ। ਮਤਲਬ ਆਪਾਂ ਹੁਣ ਜਿਹੜੇ ਦਰਸ਼ਕ ਸਾਡੇ ਸਮਝ ਹੀ ਗਏ ਹੁਣ ਅਸੀਂ ਕੀ ਗੱਲ ਕਰਨਾ ਚਾਹੁੰਦੇ ਹਾਂ। ਅਤੇ ਉਹ ਜਿਹੜਾ ਕੰਮ ਹੈਗਾ ਉਹ ਫਿਰ ਤੁਸੀਂ ਜਿਹੜਾ ਗਲਤ ਤਰੀਕੇ ਨਾਲ ਵੀ ਇੱਦਾਂ ਕਰਦੇ ਆ ਅਤੇ ਉਹਦੀ ਫਿਰ ਬਹੁਤ ਮੁਸ਼ਕਿਲ ਬਹੁਤ ਆ ਜਾਂਦੀ ਹੈ। ਕਾਨੂੰਨ ਨੂੰ ਨਹੀਂ ਤੋੜਨਾ ਚਾਹੀਦਾ। ਹਾਂਜੀ। ਅੱਛਾ ਸਮਰਾਟ ਸਾਹਿਬ, ਮੈਂ ਭੁੱਲ ਜਾਵਾਂ, ਆਪਣੇ ਕੋਲ ਮਿੰਟ ਤਕਰੀਬਨ 5-6 ਰਹਿ ਗਏ। ਮੈਂ ਚਾਹੁੰਦਾ ਕਿ ਕੋਈ ਇੱਦਾਂ ਦੀ ਗੱਲ ਰਹਿ ਨਾ ਜਾਵੇ ਜਿਹੜੀ ਮੈਨੂੰ ਪੁੱਛਣੀ ਚਾਹੀਏ, ਪੁੱਛੀ ਨਾ ਹੋਵੇ ਤੁਹਾਡੇ ਕੋਲ। ਮੇਰੇ ਦਿਮਾਗ 'ਚ ਇੱਕ ਗੱਲ ਸੀ। ਹਾਂ, ਕਰੋ। ਜਦੋਂ ਆਪਾਂ ਇੰਡੀਅਨ ਲਾਅ ਦੀ ਗੱਲ ਕਰਦੇ ਸੀ ਨਾ, ਹਾਂਜੀ, ਜਿਹੜਾ ਤੁਸੀਂ ਕਹਿੰਦੇ ਸੀ ਕਿ ਜੇ ਕੋਈ ਆਪਾਂ ਰੈਂਟ 'ਤੇ ਸ਼ੌਪ ਦਿੱਤੀ ਹੋਵੇ ਅਤੇ ਹੋਰ ਉਹ ਲਈ ਆਪਾਂ ਬਚਣ ਲਈ ਕੀ ਕਰ ਸਕਦੇ ਹਾਂ ਕਿ ਸਾਨੂੰ ਵਕੀਲਾਂ ਕੋਲ ਜਾਂ ਕੋਰਟ 'ਚ ਨਾ ਜਾਣਾ ਪਵੇ। ਇੱਕ ਨਾ ਜਦੋਂ ਤੁਹਾਡੀ ਜਿਹੜੀ ਦੁਕਾਨਾਂ, ਜਿਹੜੀ ਕਿਸੇ ਦੀ ਦੁਕਾਨਾਂ ਸ਼ਹਿਰ 'ਚ ਪੈਂਦੀ ਆ, ਮੁਨਸੀਪੈਲਿਟੀ ਕਾਰਪੋਰੇਸ਼ਨ ਦੇ ਅੰਡਰ ਪੈਂਦੀ ਆ, ਤਾਂ ਉੱਥੇ ਇੱਕ ਛੋਟਾ ਜਿਹਾ ਇੱਕ ਨਾ ਉਹਨਾਂ ਦਾ ਜਿਹੜਾ ਹੈਗਾ ਇੱਕ ਰੈਂਟ ਜਿਹਾ ਹੁੰਦਾ, ਜਿਹੜੀ ਉਹ ਮੁਨਸੀਪੈਲਿਟੀ ਦੀ ਫੀਸ ਹੁੰਦੀ ਆ, ਉਹ ਤੁਸੀਂ ਰੈਗੂਲਰ ਦੇਈ ਚੱਲੋ। ਉੱਥੇ ਆਪਣੇ ਨਾਂ 'ਤੇ ਤੁਸੀਂ ਉਹ ਫੀਸ ਜਿਹੜੀ ਹੈਗੀ ਸਾਲ ਬਾਅਦ ਉੱਥੇ ਭਰਦੇ ਰਹੋ। ਅਤੇ ਨਾਲ ਉਹ ਮੁਨਸੀਪੈਲਿਟੀ ਨੂੰ, ਕਾਰਪੋਰੇਸ਼ਨ ਨੂੰ ਇਹ ਕਹਿ ਦਿਓ ਕਿ ਬਈ ਮਾਲਕ ਮੈਂ ਹੀ ਹਾਂ। ਉਹ ਪਤਾ ਹੀ ਹੁੰਦਾ ਉਹਨਾਂ ਨੂੰ ਮਾਲਕ ਉਹ ਆ, ਪਰ ਜਿਹੜਾ ਹੈਗਾ ਜਿਹੜਾ ਉੱਥੇ ਤੁਸੀਂ ਰੈਂਟ 'ਤੇ ਦਿੱਤੀ ਹੈ ਜਗ੍ਹਾ, ਉਹ ਰੈਂਟ ਵਾਲਾ ਬੰਦਾ ਕਿ ਮਾਲਕ ਤੁਸੀਂ ਆ। ਕਈ ਵਾਰੀ ਕੀ ਹੈ, ਕਈ ਮਸਲੇ ਇੱਦਾਂ ਵੀ ਆਉਂਦੇ ਕਿ ਉਹਦੇ ਨਾਲ ਫਿਰ ਜਿਹੜਾ ਲੀਗਲ ਮੈਟਰ ਉਹ ਤੁਹਾਡਾ ਸਟਰੋਂਗ ਹੋ ਜਾਂਦਾ ਹੈਗਾ ਕਿ ਤੁਸੀਂ ਜਦੋਂ ਉਹਨੂੰ ਮੁਨਸੀਪੈਲਿਟੀ ਵਾਲਿਆਂ ਨੂੰ ਆਪਣੀ ਫੀਸ ਦਿੱਤੀ ਹੋਈ ਆ ਸਾਲੋ ਸਾਲ, ਠੀਕ ਆ, ਉਹਨਾਂ ਤੁਹਾਡੀ ਜਿਹੜੀ ਮਾਲਕੀ ਆ ਅਤੇ ਤੁਹਾਡਾ ਕੋਈ ਵੀ ਅੱਗੇ ਮਸਲਾ ਕੋਈ ਆ ਜਾਂਦਾ, ਹਾਂ, ਉਹ ਤੁਹਾਡਾ ਜਿਹੜਾ ਹੈਗਾ ਸਟਰੋਂਗ ਹੋ ਜਾਂਦਾ ਕੇਸ। ਅਤੇ ਉਹ ਜਿਹੜੀ ਫੀਸ ਆ ਜ਼ਰੂਰੀ ਨਹੀਂ ਤੁਸੀਂ ਆਪ ਜਮ੍ਹਾਂ ਕਰਾਉਣੀ ਆ, ਉਹ ਤੁਹਾਡੇ ਬਿਹਾਫ 'ਤੇ ਕੋਈ ਹੋਰ ਵੀ ਜਮ੍ਹਾਂ ਕਰਾ ਸਕਦਾ, ਪਰ ਨਾਂ ਜਿਹੜਾ ਹੈਗਾ ਉਹ ਤੁਹਾਡਾ ਉੱਥੇ ਮਾਲਕ ਦੇ ਤੌਰ 'ਤੇ ਤੁਸੀਂ ਰੱਖੋ। ਉਹ ਹੁਣ ਜਿਹੜਾ ਜਲੰਧਰ ਜ਼ਿਲ੍ਹਾ ਹੈਗਾ, ਜੇ ਕੋਈ ਕਿਸੇ ਦੀ ਨਕੋਦਰ ਜਾਂ ਨੂਰ ਮਹਿਲ ਜਾਂ ਗਰਾਇਆ ਸ਼ੌਪ ਆਉਂਦੀ ਹੋਵੇ ਤਾਂ ਉਹਦਾ 200 ਜਾਂ 300 ਰੁਪਈਆ ਸਾਲ ਦਾ ਹੈਗਾ। ਠੀਕ, ਉਹ ਬਹੁਤ ਮਤਲਬ ਇਹ ਮਾਮੂਲੀ ਜਿਹੀ ਗੱਲ ਪੈਸੇ ਦੀ ਬਹੁਤ ਸਾਰੇ ਪਾਸੇ। ਹਾਂਜੀ, ਨਹੀਂ ਇਹ ਤਾਂ ਹੈ ਜੀ, ਪੈਸੇ ਦੀ ਗੱਲ ਤਾਂ ਹੈ, ਕਿਉਂਕਿ ਹਰ ਪਾਸੇ ਗੱਲ ਨਹੀਂ। ਪਰ ਜਿਹੜੀ ਗੱਲ ਹੈਗੀ ਕਿ ਜੇ ਤੁਸੀਂ 200 ਰੁਪਈਆ ਦੇ ਕੇ, ਜਿੱਦਾਂ ਆਪਾਂ ਇੱਥੇ ਕੌਂਸਲ ਟੈਕਸ ਦਿੰਦੇ ਹਾਂ, ਹਾਂਜੀ, ਜੇ ਉੱਥੇ ਜਿਹੜਾ ਹੈਗਾ 200 ਰੁਪਈਆ ਦੇ ਕੇ ਆਪਾਂ ਆਪਣੇ ਆਪ ਨੂੰ ਸਟਰੋਂਗ ਕਰ ਸਕਦੇ ਹਾਂ, ਤਾਂ ਇਹਦੇ ਵਿੱਚ ਕੋਈ ਮਤਲਬ ਮਾੜੀ ਗੱਲ ਨਹੀਂ ਹੈਗੀ। ਨਹੀਂ, ਇੰਡੀਆ ਵਿੱਚ ਹਰ ਗੱਲ ਜਿਹੜੀ ਉਹ ਪੈਸੇ ਵਾਲੇ ਘੁੰਮਦੀ ਆ। ਤੁਸੀਂ ਅਗਰ ਦੁਕਾਨ 'ਤੇ ਵੀ ਜਾਂਦੇ ਹੋ, ਪਹਿਲਾਂ ਦੇਖਦਾ ਵੀ ਬੰਦਾ ਇਹਨੂੰ ਚੇਅਰ ਦਿਓ, ਬਾਹਰ ਕੋਟ ਪਾਇਆ ਹੈਗਾ ਤੇ ਜੀ ਬਿਲਕੁਲ ਜੀ। ਜਿਹੜੇ ਵਕੀਲ ਵੀ ਉਹ ਵੀ ਗੇਟ ਖੋਲ ਦਿੰਦੇ ਤੇ। ਹਾਂਜੀ, ਇਹ ਹੈ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਸਾਰਾ ਕੁਛ ਉੱਥੇ ਚੱਲਦਾ ਪੈਸੇ ਨਾਲ ਹੀ ਹੈ। ਹਾਂਜੀ, ਅਤੇ ਨਾ ਬਹੁਤ ਜ਼ਰੂਰੀ ਆ ਜਿਹੜੀ ਆਪਾਂ ਜਾਣਕਾਰੀ ਤੁਸੀਂ ਦਿੱਤੀ ਹੈ ਸਾਨੂੰ। ਅਤੇ ਜਿਹੜਾ ਮਸਲਾ ਹੈਗਾ, ਮਸਲੇ ਤਾਂ ਲੋਕਾਂ ਦੇ ਬਹੁਤ ਆ ਜੀ। ਜਿਹੜੇ ਵਕੀਲਾਂ ਦੇ ਖਰਚੇ ਵੀ ਬਹੁਤ ਆ। ਇਹ ਗੱਲ ਕਹੀ ਹੈ ਵੀ ਵਕੀਲਾਂ ਤੋਂ ਬਚਣਾ ਚਾਹੀਦਾ ਜੀ। ਅਤੇ ਆਪਾਂ ਕੋਸ਼ਿਸ਼ ਕੀਤੀ ਆ ਕਿ ਹਰ ਫੀਲਡ ਤੋਂ ਮੈਂ ਗੱਲ ਤੁਹਾਨੂੰ ਪੁੱਛਾਂ, ਇਸ ਕਰਕੇ ਮੈਂ ਵਾਰ-ਵਾਰ ਕਹਿੰਦਾ ਵੀ ਕੋਈ ਗੱਲ ਇੱਦਾਂ ਨਾ ਹੋਵੇ, ਮੈਂ ਤੁਹਾਨੂੰ ਕਰਨੀ ਚਾਹੀਦੀ ਆ, ਕਿਉਂਕਿ ਲੀਗਲ ਐਕਸਪਰਟ ਹੋਣਾ ਇੱਕ ਆਪਣੇ ਆਪ ਵਿੱਚ ਇੱਕ ਹੁਨਰ, ਇੱਕ ਬਹੁਤ ਸਪੈਸ਼ਲਿਟੀ ਹੈਗੀ ਆ ਕਿਸੇ ਵਿੱਚ ਵੀ। ਅਤੇ ਮੈਂ ਤਾਂ ਵਕੀਲ ਨਹੀਂ ਹੈ, ਇਸ ਕਰਕੇ ਮੈਂ ਜਿੰਨੀਆਂ ਵੀ ਗੱਲਾਂ ਕੀਤੀਆਂ ਮੈਂ ਜਨਰਲ ਕੀਤੀਆਂ ਤੁਹਾਡੇ ਨਾਲ। ਪਰ ਤੁਹਾਨੂੰ ਨੌਲੇਜ ਵਕੀਲ ਨਾਲੋਂ ਵੀ ਜ਼ਿਆਦਾ ਹੈ ਜੀ। ਅੱਛਾ, ਕਦੀ ਵੀ ਇੱਦਾਂ ਵੀ ਮਸਲਾ ਤੁਸੀਂ ਤੁਹਾਡੇ ਕੋਲ ਲੈ ਕੇ ਆ, ਉਹ ਮਸਲੇ ਵਿੱਚ ਹੋਵੇ ਕੁੱਖ ਨਾ? ਇਹ ਵੀ ਗੱਲ ਹੈ ਜੀ, ਕਈ ਵਾਰੀ, ਕਿਉਂਕਿ ਮੈਂ ਤੁਹਾਡੇ ਕੋਲ, ਮੈਨੂੰ ਤਾਂ ਪ੍ਰੋਬਲਮ ਹੈਗੀ ਆ। ਹਾਂ, ਕਈ ਵਾਰੀ ਜੋ ਤੁਹਾਡੇ ਕੋਲ ਹੁਣ ਤਾਂ ਮਸਲਾ ਕੋਈ ਨਹੀਂ। ਕਈ ਵਾਰੀ ਹੁਣ ਘਰਾਂ 'ਚ ਤੁਹਾਨੂੰ ਪਤਾ, ਕਈ ਵਾਰੀ ਐਵੇਂ ਬਸ ਲੱਤ ਰੋਣੀ ਹੈ ਨਾ ਕਿ ਮਤਲਬ ਹੁਣ ਮੰਨ ਲਓ ਕਿ 2 ਜਾਂ 3 ਭਰਾ ਹੈਗੇ ਆ, ਉਹ ਆਪਣੀ ਜ਼ਮੀਨ ਵੇਚਣਾ ਚਾਹੁੰਦਾ ਹੋਵੇ, ਉਹ ਦੂਜਾ ਕਹਿੰਦਾ ਮੈਂ ਇਹਨੂੰ ਵੇਚਣ ਨਹੀਂ ਦੇਣੀ। ਫਿਰ ਇੱਦਾਂ ਦੀ ਵੀ ਕਈ ਵਾਰੀ ਆ ਜਾਂਦੇ ਆ, ਉਹ ਕਹਿੰਦੇ ਸਾਨੂੰ ਸਟੇ ਲੈ ਦਿਓ। ਪਰ ਉਹ ਫਿਰ ਆਪਾਂ ਜਦੋਂ ਹੁਣ ਬਾਹਰ ਬੈਠੇ ਹਾਂ, ਸਾਰਾ ਕੁਛ ਹੈਗਾ,
ਇੱਥੇ ਹੈ ਨਾ ਹਰੇਕ ਕੋਈ ਬੰਦਾ ਕਮਾਉਂਦਾ ਹੈਗਾ, ਕਈ ਵਾਰ ਇੱਦਾਂ ਵੀ ਮਸਲੇ ਆ ਜਾਂਦੇ ਕਿ ਮੈਂ ਉਹਨੂੰ ਵੇਚਣ ਨਹੀਂ ਦੇਣੀ ਜ਼ਮੀਨ, ਪ੍ਰੋਪਰਟੀ ਤਾਂ ਜਿਹੜਾ ਮੇਰਾ ਹਿੱਸਾ ਬਣਦਾ ਉਹ ਤੁਸੀਂ ਵੇਚ ਸਕਦੇ ਹੈ ਨਾ। ਫਿਰ ਅਸੀਂ ਦੱਸ ਦਈਦਾ ਵੀ ਬਈ ਜਿਹੜਾ ਬੰਦਾ ਮਾਲਕ ਆ ਉਹ ਆਪਣਾ ਹਿੱਸਾ ਵੇਚ ਸਕਦਾ ਹੈਗਾ। ਇੱਦਾਂ ਦੀ ਵੀ ਕਈ ਵਾਰੀ ਹੋ ਜਾਂਦੇ ਆ, ਉਹ ਘਰਾਂ 'ਚ ਤੁਹਾਨੂੰ ਪਤਾ ਹੀ ਹੈ ਮਾੜਾ ਮੋਟਾ ਕਈ ਵਾਰੀ ਹੁੰਦਾ ਹੀ ਹੈ। ਸੰਗਰੂਪ ਸਿੰਘ ਸਮਰਾ ਜੀ, ਤੁਹਾਨੂੰ ਨਾਲ ਮਿਲ ਕੇ ਬਹੁਤ ਖੁਸ਼ੀ ਹੈ, ਬਹੁਤ ਵਧੀਆ ਲੱਗਾ। ਮੈਨੂੰ ਵੀ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਚੰਗਾ ਲੱਗਾ। ਇਹ ਆਪਾਂ ਥੈਂਕ ਯੂ ਕਰਾਂਗੇ ਜਿਹਨੇ ਆਪਾਂ ਨੂੰ ਇੰਟਰੋਡਿਊਸ ਕਰਾਇਆ ਆਪਸ ਵਿੱਚ। ਠੀਕ ਹੈ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਕਾਂਸ਼ੀ TV ਤੇ ਆਏ ਔਰ ਆਪਣੇ ਵਿਚਾਰ ਪੇਸ਼ ਕੀਤੇ। ਆਪਣੇ ਵੱਲੋਂ ਕਾਂਸ਼ੀ TV ਦੇ ਸੰਬੰਧ ਵਿੱਚ ਜਾਂ ਆਪਣੇ ਪ੍ਰੋਗਰਾਮ ਦੇ ਬਾਰੇ ਕੁਝ ਕਹਿਣਾ ਚਾਹੋ ਤਾਂ ਕਹਿ ਸਕਦੇ ਹੋ ਤੁਸੀਂ। ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹੈਗਾ ਕਿ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਪ੍ਰੋਗਰਾਮ ਤੋਂ ਪਹਿਲਾਂ ਗਾਈਡ ਵੀ ਕੀਤਾ ਹੈਗਾ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਅਤੇ ਇਹਦੇ ਨਾਲ ਮੈਂ ਕਾਂਸ਼ੀ ਟੈਲੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੀ ਇਹ ਸੇਵਾ ਸਾਡੇ ਲੋਕਾਂ ਲਈ ਕਰ ਰਹੀ ਹੈ, ਜਿਹੜੀ ਜਾਣਕਾਰੀ ਮਤਲਬ ਬਹੁਤ ਇਹ ਸਰਚ ਕਰਕੇ ਜਿਹੜਾ ਹੈਗਾ ਕਈ ਪ੍ਰੋਗਰਾਮ ਚੱਲਦੇ ਹੈਗੇ ਆ ਅਤੇ ਉਹ ਸਾਡੇ ਨਾਲ ਬਹੁਤ ਈਜ਼ੀਲੀ ਸਾਨੂੰ ਜਾਣਕਾਰੀ ਮਿਲ ਜਾਂਦੀ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ। ਥੈਂਕ ਯੂ। ਇਹ ਸਨ ਜੀ ਜਗਰੂਪ ਸਿੰਘ ਸਮਰਾ ਜੀ, ਇੰਡੀਆ ਤੋਂ ਵਕੀਲ, ਇੱਥੋਂ ਇਮੀਗ੍ਰੇਸ਼ਨ ਐਕਟ 'ਤੇ ਉਹਨੇ ਕੁਆਲੀਫਿਕੇਸ਼ਨ ਲਈ ਆ, ਐਕਸਪਰਟ ਐਡਵਾਈਸ ਕਰ ਲਓ। ਅਤੇ ਉਹਨਾਂ ਨਾਲ ਆਪਾਂ ਗੱਲਾਂ ਕੀਤੀਆਂ ਕੁਛ ਇੰਡੀਅਨ ਕਾਨੂੰਨ ਦੇ ਬਾਰੇ 'ਚ, ਕਿੱਦਾਂ ਉਹ ਤੁਹਾਡੀ ਮਦਦ ਕਰ ਸਕਦੇ ਤੁਹਾਡੇ ਮਸਲਿਆਂ ਦੇ ਬਾਰੇ 'ਚ। ਔਰ ਦੂਸਰੀ ਆਪਾਂ ਗੱਲ ਕੀਤੀ ਹੈ ਇਮੀਗ੍ਰੇਸ਼ਨ ਦੇ ਜਿਹੜੇ ਮਸਲੇ ਆਪਣੇ ਹੈਗੇ ਆ ਉਹਨਾਂ ਬਾਰੇ ਗੱਲ ਕੀਤੀ ਹੈਗੀ ਆ। ਅਤੇ ਤੁਸੀਂ ਆਪਣੇ ਮਸਲਿਆਂ ਨੂੰ ਖੁਦ ਗੰਭੀਰਤਾ ਨਾਲ ਸੋਚ ਕੇ ਅਤੇ ਉਹ ਤੁਸੀਂ ਵਕੀਲਾਂ ਕੋਲੋਂ ਜਾਂ ਇਹਨਾਂ ਕੋਲੋਂ ਜਾ ਕੇ ਸਲਾਹ ਲੈ ਕੇ ਫਿਰ ਆਪਾਂ ਅੱਗੇ ਤੁਰੀਏ ਅਤੇ ਜਿਹੜਾ ਮਸਲਾ ਉਹ ਜਲਦੀ ਹੱਲ ਹੋ ਜਾਂਦਾ। ਜੇ ਆਪਾਂ ਬਗੈਰ ਸੋਚੇ ਸਮਝੇ ਕੋਈ ਐਕਟ ਕਰਾਂਗੇ ਤਾਂ ਉਹਦਾ ਸਾਨੂੰ ਨੁਕਸਾਨ ਹੁੰਦਾ। ਵਕੀਲਾਂ ਦਾ ਕੰਮ ਹੁੰਦਾ ਤੁਹਾਨੂੰ ਗਾਈਡ ਕਰਨਾ, ਤੁਸੀਂ ਉਹਨਾਂ ਦੀ ਗਾਈਡ ਲਓ। ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ TV 'ਤੇ ਜਿੰਨੀ ਵੀ ਗੱਲ ਹੁੰਦੀ ਆ, ਕਿਸੇ ਵੀ TV 'ਤੇ ਹੋਵੇ, ਕਿਸੇ ਵੀ ਮੀਡੀਆ ਵਿੱਚ ਗੱਲ, ਉਹ ਗੱਲ ਬੇਸਿਕ ਜਾਣਕਾਰੀ ਦਿੱਤੀ ਜਾਂਦੀ ਹੈ, ਲੇਕਿਨ ਤੁਸੀਂ ਉਹਨੂੰ ਘੋਖਣਾ ਹੁੰਦਾ ਹੈ, ਤੁਸੀਂ ਉਹਨੂੰ ਜ਼ਿਆਦਾ ਗੰਭੀਰਤਾ ਨਾਲ ਲੈਣਾ ਹੁੰਦਾ, ਤਾਂ ਹੀ ਜਾ ਕੇ ਗੱਲ ਅੱਗੇ ਵੱਧਦੀ ਆ। ਅਤੇ ਮੈਂ ਵਕੀਲ ਸਾਹਿਬ ਦਾ ਥੈਂਕ ਯੂ ਕਰਦਾ, ਤੁਹਾਡਾ ਸਾਰਿਆਂ ਦਾ ਥੈਂਕ ਯੂ ਕਰਦਾ। ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਧਿਆਨ 'ਚ ਰੱਖ ਕੇ ਜਿਹੜੀ ਪ੍ਰੀਕਾਸ਼ਨਸ ਆ ਉਹ ਹਮੇਸ਼ਾ ਵਧੀਆ ਚੀਜ਼ ਹੁੰਦੀ ਆ, ਪ੍ਰੀਕਾਸ਼ਨ ਰੱਖੋ ਆਪਣੀ। ਅਤੇ ਆਪਣੇ ਜਿਹੜੇ ਡਾਕੂਮੈਂਟਸ ਵਗੈਰਾ ਉਹ ਹੈਂਡੀ ਹੋਣੇ ਚਾਹੀਦੇ ਆ। ਬੇਸ਼ੱਕ ਪੜ੍ਹਿਆ ਲਿਖਿਆ ਵਾਲੀ ਗੱਲ ਨਹੀਂ, ਪਰ ਇਹ ਕਰਨੀ ਪੈਣੀ ਆਪਾਂ ਨੂੰ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਨੂੰ ਮਿਲੂੰਗਾ ਅਗਲੇ ਪ੍ਰੋਗਰਾਮ ਵਿੱਚ। ਆਪਣਾ ਰੱਖਿਓ ਖਿਆਲ, ਅਸੀਂ ਵੀ ਕੋਸ਼ਿਸ਼ ਕਰਾਂਗੇ ਥੋੜ੍ਹੀ ਜਿਹੀ ਪ੍ਰੀਕਾਸ਼ਨ ਰੱਖਣ ਦੀ। ਥੈਂਕ ਯੂ ਵੈਰੀ ਮੱਚ। ਮਿਲਾਂਗੇ ਅਗਲੀ ਵੀਕ।